ਸਰਤਾਜ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ, ਜਿਉਂਦੇ ਵਾਸੀ ਰਹੋ, ਰੱਬ ਰੱਖਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਸਾਰੇ ਸੀਨੀਅਰ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਸਸਤੇ ਦਾਮਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਜ਼ ਹਨ, ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-10-13 ਦੇ ਉੱਤੇ, 2092771013 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਦਲਿਤਾਂ ਤੋਂ ਬਾਅਦ ਅੱਜ ਹੁਣ ਸਵਰਨ ਜਾਤੀਆਂ ਨੇ ਕੀਤਾ ਭਾਰਤ ਬੰਦ। ਦੇਖੋ, ਭਾਰਤ ਬੰਦ ਦੀ ਜਿਹੜੀ ਇਹ ਵੀ ਕਾਲ ਆਈ ਆ, ਇਹ ਵੀ ਸੋਸ਼ਲ ਮੀਡੀਆ ਤੋਂ ਆਈ ਆ। ਵੈਸੇ ਕਮਾਲ ਦੀ ਗੱਲ ਆ, ਜਿਹੜੀ ਪਹਿਲਾਂ ਆਈ ਸੀਗੀ 2 ਅਪ੍ਰੈਲ ਵਾਲੀ, ਉਹ ਵੀ ਸੋਸ਼ਲ ਮੀਡੀਆ ਤੋਂ ਆਈ ਸੀਗੀ। ਆ ਜਦੋਂ ਜ਼ਕਰਬਰਗ ਨੇ ਇਹ ਦਿੱਤਾ ਸੀਗਾ ਫੇਸਬੁੱਕ ਸਾਡੇ ਇੰਡੀਆ ਵਾਲਿਆਂ ਨੂੰ, ਤੇ ਇਸ ਤਰ੍ਹਾਂ ਲੱਗਿਆ ਸੀਗਾ ਕਿ ਵਿਹਲੇ ਬੰਦੇ ਸ਼ਾਇਦ ਹੁਣ ਕੰਮੇ ਲੱਗ ਜਾਣਗੇ। ਪਰ ਜਿਸ ਤਰੀਕੇ ਨਾਲ ਇਹ ਵਰਤਦੇ ਪਏ, ਏਦਾਂ ਲੱਗਦਾ ਜਿਸ ਤਰ੍ਹਾਂ ਇਹਨਾਂ ਵਿਹਲਿਆਂ ਨੇ ਹੁਣ ਜਿਹੜੇ ਕੰਮੇ ਲੱਗੇ ਉਹ ਵੀ ਵਿਹਲੇ ਕਰ ਦਿੰਦੇ ਆ। ਹਰੇਕ ਬੰਦਾ ਚੌਥੇ ਕੁ ਦਿਨ ਕਾਲ, ਚੌਥੇ ਕੁ ਦਿਨ ਕਾਲ, ਕਿਉਂਕਿ ਇਸ ਤੋਂ ਬਾਅਦ ਇੱਕ ਕਾਲ ਫੇਰ ਆ ਰਹੀ ਹੈ ਭਾਰਤ ਬੰਦ ਦੀ। ਯਾਨੀ ਹਾਲੇ ਇਸ ਮਹੀਨੇ ਦਾ 15 ਵੜਾ ਨਹੀਂ ਗੁਜ਼ਰਿਆ, ਉਸ ਤੋਂ ਪਹਿਲਾਂ 2 ਕਾਲਾਂ ਆ ਚੁੱਕੀਆਂ, ਤੀਸਰੀ ਤਿਆਰ ਆ। ਔਰ ਇੱਕ ਕਾਲ ਜਿਹੜੀ ਹੈ ਉਹ ਇਸ ਦੇਸ਼ ਨੂੰ ਅਰਬਾਂ ਰੁਪਈਆਂ 'ਚ ਪੈ ਰਹੀ ਆ। ਅੱਜ ਵੀ ਵੈਸੇ ਬਿਹਾਰ ਦੇ ਵਿੱਚ ਕਾਫੀ ਉੱਥੇ ਵੀ ਵੱਢ ਟੁੱਕ ਹੋਈ ਆ, 2 ਗਰੁੱਪਾਂ ਦੇ ਵਿੱਚ ਬਹੁਤ ਵੱਡਾ ਝਗੜਾ ਹੋਇਆ। ਹੋਰ ਵੀ ਕਈ ਸਟੇਟਾਂ ਦੇ ਵਿੱਚ ਹਿੰਸਾ ਹੋਈ ਆ। ਸਾਡੇ ਫਿਰੋਜ਼ਪੁਰ ਦੇ ਵਿੱਚ ਦੁਕਾਨਾਂ ਨੂੰ ਜਬਰੀ ਬੰਦ ਕਰਾਇਆ ਗਿਆ ਤੇ ਇਹ ਤੋਂ ਝਗੜਾ ਹੋਇਆ। ਇੱਥੇ ਵੀ ਦੱਸਦੇ ਤਲਵਾਰਾਂ ਕਾਫੀ ਚੱਲੀਆਂ। ਮਤਲਬ ਉਹੀ ਹਿੰਸਾ, ਉਹੀ ਭੰਨਤੋੜ, ਉਹੀ ਜ਼ਬਰਦਸਤੀ ਕੀਤੀ ਜਾ ਰਹੀ ਆ। ਪਰ ਇਹਦੇ 'ਚ ਇੱਕ ਚੀਜ਼ ਵੇਖਣ ਵਾਲੀ ਆ ਕਿ ਦੇਖੋ, ਕੋਈ ਵੀ ਸਿਆਸੀ ਤਨਜ਼ੀਮ ਸਿੱਧੇ ਤੌਰ ਤੇ ਨਾ ਤੇ ਸਵਰਨ ਜਾਤੀਆਂ ਵਾਲੇ ਭਾਰਤ ਬੰਦ 'ਚ ਅੱਗੇ ਲੱਗਦੀ ਪਈ ਹੈ, ਨਾ ਦਲਿਤ ਜੋ ਅੰਦੋਲਨ ਹੋਇਆ ਉਹਦੇ 'ਚ ਭਾਰਤ ਬੰਦ ਸੀ, ਨਾ ਉਦੋਂ ਕੋਈ ਮੂਹਰੇ ਲੱਗਾ ਸਿੱਧੇ ਤੌਰ ਤੇ। ਪਰ ਹੁੰਦਾ ਕੀ ਪਿਆ ਕਿ ਜਦੋਂ ਅਸੀਂ ਜਾ ਕੇ ਗਰਾਊਂਡ ਤੇ ਦੇਖਦੇ ਹਾਂ ਕਿ ਇਹ ਸਮਰਥਨ ਕੌਣ ਕਰਦਾ ਪਿਆ ਇਸ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ, ਪਿੱਛੇ ਕੰਮ ਕੌਣ ਕਰਦਾ ਪਿਆ, ਤੇ ਤੁਸੀਂ ਬੜੀ ਆਸਾਨੀ ਨਾਲ ਸਮਝੋਗੇ ਕਿ ਕੁਛ ਨਾ ਕੁਛ ਸਿਆਸੀ ਤਨਜ਼ੀਮਾਂ ਨੇ ਜਿਹੜੀਆਂ ਇਸ ਭਾਰਤ ਨੂੰ ਬੰਦ ਕਰਨ ਲਈ ਪਿੱਛੇ ਖੜ ਕੇ ਜ਼ੋਰ ਲਾਉਂਦੀਆਂ। ਅੱਜ ਵੀ ਅਸੀਂ ਸ਼ਹਿਰਾਂ 'ਚ ਦੇਖਿਆ, ਸਾਡੇ ਪੰਜਾਬ ਦੇ ਜ਼ਿਆਦਾਤਰ ਵਪਾਰੀ ਵਰਗ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ, ਉਹੀ ਸ਼ਹਿਰਾਂ ਦੇ ਵਿੱਚ ਬੰਦ ਨੂੰ ਕਾਮਯਾਬ ਕਰਾ ਕੇ ਗਿਆ। ਸੋ ਇਹਦਾ ਮਤਲਬ ਇਹੋ ਹੀ ਆ ਕਿ ਐਸੀ ਇੱਕ ਖੇਡ ਖੇਡੀ ਜਾ ਰਹੀ ਹੈ, ਜਿੱਦਾਂ ਆਪਾਂ ਸੁਣਿਆ ਨਾ ਸਿਆਸਤ ਦੇ ਵਿੱਚ ਇੱਕ ਸ਼ਬਦ ਯੂਜ਼ ਕੀਤਾ ਜਾਂਦਾ, ਸੋਸ਼ਲ ਇੰਜੀਨੀਅਰਿੰਗ। ਸੋ ਸੋਸ਼ਲ ਇੰਜੀਨੀਅਰਿੰਗ ਸ਼ੁਰੂ ਹੋ ਚੁੱਕੀ ਹੈ ਲੱਗਦਾ 2019 ਤੋਂ ਪਹਿਲਾਂ, ਕਿਉਂਕਿ ਉਹ ਜਿਹੜਾ ਹਿੰਦੂ ਮੁਸਲਮਾਨ ਵਾਲਾ ਪੱਤਾ ਸੀਗਾ ਉਹ ਤੇ ਪਿੱਟ ਗਿਆ ਨਾ, ਹਿੰਦੂਤਾ ਵਾਲਾ ਕਾਰਡ ਜਿਹੜਾ ਉਹ ਵੀ ਪਿੱਟ ਗਿਆ। ਕਿਉਂਕਿ ਹੁਣ ਇੱਕ ਨਾ ਇੱਕ ਕਾਰਡ ਤੇ ਤੁਹਾਨੂੰ ਹੱਥ 'ਚ ਰੱਖਣਾ ਹੀ ਪਊਗਾ, ਕਿਉਂਕਿ ਵਿਕਾਸ ਦਾ ਕਾਰਡ ਤੁਹਾਡੇ ਕੋਲ ਹੈ ਨੀ ਗਾ। ਸੋ ਇਸ ਕਰਕੇ ਇਹ ਸੋਸ਼ਲ ਇੰਜੀਨੀਅਰਿੰਗ ਜਾਪਦੀ ਹੈ ਕਿ ਇੱਕ ਪਾਸੇ ਰਿਜ਼ਰਵੇਸ਼ਨ ਵਾਲਾ ਮੁੱਦਾ ਚੁੱਕੋ, ਦੂਸਰੇ ਪਾਸੇ ਰਿਜ਼ਰਵੇਸ਼ਨ ਦਾ ਵਿਰੋਧ ਕਰੋ, ਫਿਰ ਇੱਕ ਪਾਸੇ SC ST ਐਕਟ ਦਾ ਵਿਰੋਧ ਕਰ ਰਹੇ ਹੈ ਦਲਿਤ, ਤਾਂ ਦੂਜੇ ਪਾਸੇ SC ST ਐਕਟ ਦੇ ਵਿੱਚ ਜੋ ਬਦਲਾਅ ਹੋਇਆ ਉਹਦਾ ਸਮਰਥਨ ਕਰਵਾਇਆ ਜਾ ਰਿਹਾ। ਯਾਨੀ ਇਹ ਸਾਰੀ ਖੇਡ ਜਿਹੜੀ ਹੈ ਉਹ ਪਰਦੇ ਦੇ ਪਿੱਛੇ ਸਿਆਸਤ ਦੀ ਉਹ ਹੀ ਨਜ਼ਰ ਆਉਂਦੀ ਹੈ। ਇਹ ਲੋਕ ਆ ਜਿਹੜੇ, ਜੇ ਇਹਨਾਂ ਨੂੰ ਪੁੱਛੀਏ, ਮੈਂ ਵੀ ਅੱਜ ਉੱਥੇ ਸ਼ਹਿਰ ਗਿਆ ਸੀਗਾ ਤਾਂ ਉਹ ਇੱਕ ਜ਼ਬਰਦਸਤੀ ਬੰਦ ਕਰਾ ਰਹੇ ਸੀਗੇ ਬਾਜ਼ਾਰ 'ਚ, ਤੇ ਮੈਂ ਇੱਕ ਨੌਜਵਾਨ ਨੂੰ ਪੁੱਛਿਆ ਕਿ ਤੁਸੀਂ ਇਹ ਕਾਹਦੇ ਲਈ ਬੰਦ ਕਰਵਾ ਰਹੇ ਹੋ? ਉਹ ਕਹਿੰਦਾ ਜੀ ਅਸੀਂ ਉਹ ਜੋ ਸੁਪਰੀਮ ਕੋਰਟ 'ਚੋਂ ਫੈਸਲਾ ਆਇਆ ਉਹਦੇ ਸਮਰਥਨ ਵਜੋਂ ਬੰਦ ਕਰਾ ਰਹੇ ਦੁਕਾਨਾਂ। ਤੇ ਮੈਂ ਕਿਹਾ ਫੈਸਲਾ ਕਾਹਦਾ ਆਇਆ, ਮਾੜਾ ਜਿਹਾ ਮੈਨੂੰ ਵੀ ਦੱਸ ਦਿਓ। ਉਹ ਕਹਿੰਦਾ ਇੰਨਾ ਨਹੀਂ ਪਤਾ ਮੈਨੂੰ, SC ST ਐਕਟ ਦਾ ਫੈਸਲਾ ਆਇਆ,
ਉਹ ਕਿਉਂ ਆਇਆ ਖਤਮ ਨਹੀਂ ਆ ਮੈਨੂੰ ਨਹੀਂ ਪਤਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਫ਼ ਦਰਸਾਉਂਦੀਆਂ ਪਈਆਂ ਕਿ ਕਹਾਣੀ ਆ ਜਿਹੜੀ ਉਹ ਸਿਆਸਤ ਦੀ ਜਿਹੜੀ ਸੋਸ਼ਲ ਇੰਜੀਨੀਅਰਿੰਗ ਵਾਲੀ ਹੈ ਨਾ ਉਹ ਹੀ ਹੈ। ਸੋ ਇਹਦੇ ਵਿੱਚ ਅੱਗੇ ਜਾ ਕੇ ਮੇਰੇ ਖਿਆਲ ਦੇ ਨਾਲ ਇਹ ਮੁੱਦਾ ਬਹੁਤ ਵੱਡੇ ਪੱਧਰ ਤੇ ਉੱਭਰ ਸਕਦਾ ਹੈ, ਦਲਿਤ ਬਨਾਮ ਸਵਰਨ ਜਾਤੀਆਂ। ਔਰ ਤੁਹਾਨੂੰ ਯਾਦ ਹੋਣਾ ਬਿਹਾਰ ਦੇ ਵਿੱਚ ਜਦੋਂ ਇਲੈਕਸ਼ਨ ਸੀ ਤੇ ਬੜਾ ਫਸਵਾਂ ਇਲੈਕਸ਼ਨ ਸੀਗਾ, ਤਾਂ ਠੀਕ ਉਦੋਂ ਪਹਿਲਾਂ ਮੋਹਨ ਭਾਗਵਤ ਨੇ ਰਿਜ਼ਰਵੇਸ਼ਨ ਦੇ ਮੁੱਦੇ ਤੇ ਇੱਕ ਬਿਆਨ ਦਿੱਤਾ ਸੀਗਾ, ਜਿੱਥੋਂ ਇਹਨਾਂ ਦਾ ਸਾਰਾ ਵਿਛਾਇਆ ਜਾਲ ਸੀਗਾ ਜਿਹੜਾ ਉਹ ਪੁੱਠਾ ਪੈ ਗਿਆ ਸੀਗਾ। ਤਾਂ ਐਤਕੀ ਸਿੱਧੇ ਤੌਰ ਤੇ ਤਾਂ ਐਸਾ ਕੁਛ ਨਹੀਂ ਕਰਦੀ ਪਈ ਭਾਰਤੀ ਜਨਤਾ ਪਾਰਟੀ, ਕਿਉਂਕਿ ਉਸ ਝਟਕੇ ਤੋਂ ਨਾ ਸਮਝ ਲਿਆ, ਪਰ ਵਿੰਗੇ ਟੇਢੇ ਢੰਗ ਦੇ ਨਾਲ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸੋਸ਼ਲ ਇੰਜੀਨੀਅਰਿੰਗ ਕੀਤੀ ਜਾ ਰਹੀ ਹੈ। ਇਹਦੇ ਚ ਕਾਂਗਰਸ ਵੀ ਸ਼ਾਮਲ ਹੈ ਦੂਜੇ ਪੱਖ ਤੋਂ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਦੋਹਰੇ ਕਤਲकांड ਦੇ ਵਿੱਚ ਭਾਜਪਾ ਦੇ ਵਿਧਾਇਕ ਸਮੇਤ 2 ਵਿਧਾਇਕ ਗ੍ਰਿਫਤਾਰ। ਦੇਖੋ ਇਹ ਜਿਹੜਾ ਕਤਲकांड ਹੋਇਆ ਨਾ, ਦੋਹਰਾ ਕਤਲकांड ਇਹ ਮਹਾਰਾਸ਼ਟਰ ਦੇ ਵਿੱਚ ਹੋਇਆ ਔਰ ਅਹਿਮਦਨਗਰ ਜ਼ਿਲ੍ਹੇ ਦਾ ਗੇੜਗਾਮ ਹੈ, ਉਸ ਇਲਾਕੇ 'ਚ ਕਤਲ ਹੋਏ ਸਨ। ਔਰ ਦੋਵੇਂ ਕਤਲ ਜਿਹੜੇ ਸੀਗੇ ਉਹ ਸ਼ਿਵ ਸੈਨਾ ਦੇ ਆਗੂਆਂ ਦੇ ਸਨ, ਡਬਲ ਮਰਡਰ ਸੀਗਾ ਜਿਹੜਾ। ਤਾਂ ਇਹ 2 ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਉਹ ਬੜੀਆਂ ਚਰਚਿਤ ਗ੍ਰਿਫਤਾਰੀਆਂ। ਇੱਕ ਤੇ ਜਿਹੜਾ ਇਹਨਾਂ ਦਾ ਵਿਧਾਇਕ ਆ ਭਾਰਤੀ ਜਨਤਾ ਪਾਰਟੀ ਦਾ ਸ਼ਿਵਾਜੀ ਕਾਡਲੇ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਔਰ ਦੂਸਰਾ ਜਿਹੜਾ ਵਿਧਾਇਕ ਆ ਉਹ ਇਹਨਾਂ ਦਾ ਨਹੀਂ ਗਾ, ਉਹ NCP ਦਾ ਯਾਨੀ ਨੈਸ਼ਨਲ ਕਾਂਗਰਸ ਪਾਰਟੀ ਦਾ, ਉਹਦਾ ਨਾਮ ਆ ਸੰਗਰਾਮ ਜਗਤਾਪ। ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਸ਼ਿਵਾਜੀ ਕਾਡਲੇ ਆ ਉਹ ਸੰਗਰਾਮ ਜਗਤਾਪ ਦਾ ਸਹੁਰਾ ਹੈ, ਯਾਨੀ ਸਹੁਰਾ ਜਵਾਈ ਹੈ ਦੋਨੇ ਆਪੋ ਵਿੱਚ। ਪਰ ਇਹ ਤੋਂ ਵੀ ਇੱਕ ਕਮਾਲ ਵਾਲੀ ਗੱਲ ਆ ਕਿ ਇਹਦੇ ਵਿੱਚ ਇੱਕ ਕਾਂਗਰਸੀ ਵੀ ਨਾਮਜ਼ਦ ਆ। ਕਾਂਗਰਸੀ ਮੇਰੇ ਖਿਆਲ ਦੇ ਨਾਲ ਉਹ ਸਾਬਕਾ ਕਾਉਂਸਲਰ ਵੀ, ਉਹਦਾ ਨਾਮ ਸੰਦੀਪ ਕੋਟਕਰ ਆ। ਯਾਨੀ ਕਿੰਨੀਆਂ ਪਾਰਟੀਆਂ ਦੇ ਹੋ ਗਏ, ਇੱਕ ਕਾਂਗਰਸ, ਇੱਕ ਨੈਸ਼ਨਲ ਕਾਂਗਰਸ ਔਰ ਇੱਕ ਭਾਰਤੀ ਜਨਤਾ ਪਾਰਟੀ, ਪੂਰਾ ਗੱਠਜੋੜ ਹੀ ਬਣਾ ਲਿਆ। ਔਰ ਆ ਹੁਣ ਤੇ ਰਾਸ਼ਿਦ ਕਿਦਵਈ ਦੀ ਵੀ ਕਿਤਾਬ ਆ ਗਈ ਹੈ ਨਾ ਕਿ ਰਾਜੀਵ ਗਾਂਧੀ ਨੇ 1984 ਦੇ ਵਿੱਚ RSS ਜੋ ਮਦਦ ਲਈ ਸੀ ਇਲੈਕਸ਼ਨ ਦੇ ਵਿੱਚ। ਸੋ ਲੱਗਦਾ ਇਹੋ ਹੀ ਆ ਕਿ ਇੱਥੇ ਹੀ ਉਹੋ ਜਿਹਾ ਇੱਕ ਸੁਹਾਨਾ ਗੱਠਜੋੜ ਬਣਿਆ ਹੋਇਆ ਸੀਗਾ। ਤਾਂ ਪੁਲਿਸ ਨੇ ਪਹਿਲਾਂ ਤੇ ਇੱਕ ਬੰਦੇ ਨੂੰ ਫੜਿਆ ਔਰ ਕਮਾਲ ਦੀ ਗੱਲ ਹੈ ਕਿ ਇਸ ਡਬਲ ਮਰਡਰ ਹੋਣ ਤੋਂ ਬਾਅਦ ਚੰਦ ਮਿੰਟਾਂ ਬਾਅਦ ਹੀ ਉਹ ਬੰਦਾ ਜਿਹੜਾ ਸ਼ਖਸ ਹੈ ਉਹ ਥਾਣੇ ਦੇ ਵਿੱਚ ਆ ਗਿਆ। ਉਹ ਕਹਿੰਦਾ ਕਿ ਮੈਂ ਇਸ ਚੀਜ਼ ਨੂੰ ਕਨਫੈਸ ਕਰਦਾ ਕਿ ਮੈਂ ਹੀ ਇਹ ਦੋਨੇ ਕਤਲ ਕੀਤੇ ਆ। ਯਾਨੀ ਉਹਨੇ ਆ ਕੇ ਇਕਬਾਲ ਕਰ ਲਿਆ ਕਿ ਦੋਨੇ ਬੰਦੇ ਮੈਂ ਮਾਰੇ, ਮੇਰੀ ਕੋਈ ਪਰਸਨਲ ਲਾਗਡਾਟ ਸੀ ਇਹਨਾਂ ਦੇ ਨਾਲ, ਨਿੱਜੀ ਮੇਰੀ ਰੰਜਿਸ਼ ਸੀਗੀ। ਪਰ ਜਦੋਂ ਪੁਲਿਸ ਨੇ ਆਪਣੀ ਜਾਂਚ ਪੜਤਾਲ ਦਾ ਦਾਇਰਾ ਵਧਾਇਆ ਕਿ ਕਮਾਲ ਦੀ ਗੱਲ ਹੈ ਕਿ ਇਸ ਬੰਦੇ ਤੇ ਕੋਈ ਸ਼ੱਕ ਨਹੀਂ, ਕੋਈ ਸ਼ੁਬਾ ਨਹੀਂ ਹੈ, ਇਹ ਕਿੱਦਾਂ ਆ ਕੇ ਇੱਥੇ ਆ ਕੇ ਕਹਿ ਜਾ ਰਹੇ ਨੇ ਕਿ ਮੈਂ ਕਤਲ ਕੀਤੇ ਆ ਦੋਵੇਂ। ਸੋ ਜਦੋਂ ਪੁਲਿਸ ਨੇ ਵੇਖਿਆ ਕਿ ਮਾਮਲਾ ਸ਼ੱਕੀ ਹੈ ਤਾਂ ਫੇਰ ਕਹਾਣੀ ਇਹ ਨਿਕਲੀ ਕਿ ਅਸਲ ਦੇ ਵਿੱਚ ਇਹ ਸਿਆਸੀ ਦੁਸ਼ਮਣੀ ਸੀਗੀ। ਤਾਂ ਸਿਆਸੀ ਦੁਸ਼ਮਣੀ ਦੇ ਚੱਲਦਿਆਂ ਇੱਕ ਜਿਹੜਾ ਸ਼ਿਵ ਸੈਨਾ ਦਾ ਆਗੂ ਸੀਗਾ ਉਹ ਮਾਰਿਆ ਗਿਆ ਔਰ ਉਹਦਾ ਨਾਲ ਇੱਕ ਮਿੱਤਰ ਸੀ, ਇੱਕ ਉਹਨੂੰ ਵੀ ਰਗੜ ਦਿੱਤਾ ਜਿਹੜਾ ਕਿ ਸ਼ਿਵ ਸੈਨਾ ਦੇ ਨਾਲ ਹੀ ਤਾਲੁਕ ਰੱਖਦਾ ਸੀਗਾ। ਸੋ ਦੋਵੇਂ ਮਾਰ ਦਿੱਤੇ ਗਏ ਆ। ਹੁਣ ਉਸ ਇਲਾਕੇ ਦੇ ਵਿੱਚ ਕਿਉਂਕਿ ਸ਼ਿਵ ਸੈਨਾ ਵੀ ਉੱਥੇ ਤੁਹਾਨੂੰ ਪਤਾ ਮਹਾਰਾਸ਼ਟਰ ਦੇ ਵਿੱਚ ਕਾਫੀ ਵੱਡਾ ਉੱਥੇ ਵਰਚਸਵ ਰੱਖਦੀ ਆ, ਹੋਂਦ ਰੱਖਦੀ, ਮਜ਼ਬੂਤ ਹੋਂਦ ਰੱਖਦੀ ਆ, ਤਾਂ ਉੱਥੇ ਸਟ੍ਰੈਸ ਕਾਫੀ ਹੈ, ਤਣਾਅ ਕਾਫੀ ਆ। ਪਰ ਸਭ ਤੋਂ ਵੇਖਣ ਵਾਲੀ ਜ਼ਰੂਰੀ ਜਿਹੜੀ ਗੱਲ ਆ ਉਹ ਇਹੋ ਆ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਵਾਲੇ ਕਰਦੇ ਕੀ ਪਏ ਆ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਇਹਨਾਂ ਦਾ ਮੰਤਰੀ ਆ ਰਾਮਪਾਲ ਸਿੰਘ, ਉਹਦੀ ਨੂੰਹ ਫਾਹ ਲੈ ਕੇ ਮਰ ਗਈ। ਉਹਦੇ ਪਰਿਵਾਰ ਵਾਲੇ ਮੁਕੱਦਮਾ ਦਰਜ ਕਰਵਾਉਣ ਨੂੰ ਫਿਰਦੇ ਆ, ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ। ਜੇ ਉਹਦਾ ਭਰਾ ਕੋਰਟ ਦੇ ਵਿੱਚ ਗਿਆ ਤੇ ਆ 7 ਤਰੀਕ ਦਾ ਉਹ ਵੀ ਲਾਪਤਾ ਹੋ ਗਿਆ। ਉਹਦਾ ਜਿਹੜਾ ਦੂਸਰਾ ਭਰਾ ਉਹ ਕਹੀ ਜਾਂਦਾ ਮੂੰਹ ਕਿ ਮੰਤਰੀ ਨੇ ਮੇਰਾ ਭਰਾ ਵੀ ਖਾ ਲਿਆ, ਉਹਦੀ ਕੋਈ ਨਹੀਂ ਗੱਲ ਸੁਣਦਾ ਪਿਆ। ਆ UP ਦੇ ਵਿੱਚ ਤੁਸੀਂ ਉਹ ਸੁਣਿਆ ਹੋਣਾ ਕਿ ਇੱਕ ਰੇਪ ਵਿਕਟਮ ਨੇ ਦੋਸ਼ ਲਾਇਆ ਕਿ ਮੇਰੇ ਨਾਲ ਗੈਂਗ ਰੇਪ ਹੋਇਆ ਔਰ ਉੱਥੋਂ ਦਾ ਜਿਹੜਾ ਇਲਾਕੇ ਦਾ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਆ ਉਹਨੇ ਮੇਰੇ ਨਾਲ ਰੇਪ ਕੀਤਾ। ਉਹਦੀ ਕਿਸੇ ਨੇ ਗੱਲ ਨਹੀਂ ਸੁਣੀ, ਉਲਟਾ ਉਹਦੇ ਬਾਪ ਨੂੰ ਕੁੱਟ ਕੇ ਕਿ ਤੂੰ ਇਹ ਕੇਸ ਵਾਪਸ ਲੈ ਜਿਹੜਾ ਤੁਸੀਂ ਸ਼ਿਕਾਇਤ ਕੀਤੀ ਆ, ਉਹਨੂੰ ਕੁੱਟ ਕੇ ਜੇਲ੍ਹ 'ਚ ਸੁੱਟ ਦਿੱਤਾ। ਉਹ ਜੇਲ੍ਹ ਦੇ ਵਿੱਚ ਮਰ ਗਿਆ ਜੀ। ਉਹ ਇਹ ਕਹੀ ਜਾਂਦੇ ਆ ਜੀ ਕਿ ਉਹਦੀ ਅੰਤੜੀ ਫਟ ਗਈ, ਇਹ ਹੋ ਗਿਆ, ਉਹ ਹੋ ਗਿਆ। ਪੋਸਟਮਾਰਟਮ ਦੀ ਰਿਪੋਰਟ ਜੇ ਵੇਖੀਏ ਤੇ 15 ਸੱਟਾਂ ਆਈਆਂ ਪਈਆਂ ਉਹਦੇ। ਯਾਨੀ 4 ਚੁਫੇਰੀ ਇਹਨਾਂ ਦਾ ਰੌਲਾ ਪੈਂਦਾ ਪਿਆ, ਇੱਕ ਮੱਧ ਪ੍ਰਦੇਸ਼ ਦਾ, ਇੱਕ UP ਦਾ, ਮਹਾਰਾਸ਼ਟਰ ਦਾ, ਰਾਜਸਥਾਨ ਦੇ ਵਿੱਚ ਤੇ ਬਥੇਰੇ ਰੌਲੇ ਇਹਨਾਂ ਦੇ। 4 ਚੁਫੇਰੀ ਰੌਲੇ ਪੈ ਖਲੋਤੇ। ਇਸ ਤਰ੍ਹਾਂ ਲੱਗਦਾ ਜਿੱਦਾਂ
ਨਰਿੰਦਰ ਮੋਦੀ ਹੈ ਜਿਹੜਾ, ਉਹ ਨਾਮ ਦਾ ਹੀ ਪ੍ਰਧਾਨ ਮੰਤਰੀ ਰਹਿ ਗਿਆ। ਕੋਈ ਕੰਟਰੋਲ ਨਹੀਂ ਹੈ ਆਪਣੇ ਬੰਦਿਆਂ ਤੇ, ਆਪਣੀਆਂ ਸਰਕਾਰਾਂ ਤੇ ਕੋਈ ਕੰਟਰੋਲ ਨਹੀਂ ਹੈ ਸੈਂਟਰ ਦਾ। ਤੇ ਉਹ ਜਿਵੇਂ ਸਾਡੇ ਤੇ ਚੁਟਕਲਾ ਵੀ ਚੱਲਦਾ ਸੋਸ਼ਲ ਮੀਡੀਆ ਤੇ, ਉਹ ਕਹਿੰਦੇ ਕਿ ਮੋਦੀ ਜੀ ਇੱਕ ਦਿਨ ਸਰਕਾਰੀ ਸਕੂਲ ਦੇ ਦੌਰੇ ਤੇ ਗਏ ਤੇ ਕਲਾਸ ਦੇ ਵਿੱਚ ਬੱਚੇ ਬੜਾ ਰੌਲਾ ਪਾਉਣ ਡਏ ਸਨ। ਤੇ ਮੋਦੀ ਜੀ ਨੇ ਪੁੱਛਿਆ ਕਿ ਤੁਹਾਡੇ ਟੀਚਰ ਕਿੱਥੇ ਆ? ਤੇ ਬੱਚੇ ਕਹਿੰਦੇ ਕਿ ਉਹ ਤਾਂ ਜੀ ਕਦੇ ਕਦੇ ਸਕੂਲੇ ਆਉਂਦੇ ਆ, ਜਾਏ ਨਹੀਂ। ਤੇ ਉਹ ਕਹਿੰਦੇ ਫਿਰ ਤੁਹਾਡਾ ਸਕੂਲ ਕਿੱਦਾਂ ਚੱਲਦਾ? ਟੀਚਰ ਤੇ ਆਉਂਦੇ ਨਹੀਂ। ਉਹ ਕਹਿੰਦੇ ਜੀ ਬਸ ਜਿਵੇਂ ਸਾਡਾ ਦੇਸ਼ ਚੱਲੀ ਜਾਂਦਾ ਨਾ, ਉਵੇਂ ਸਾਡਾ ਸਕੂਲ ਚੱਲੀ ਜਾਂਦਾ, ਕਿਉਂਕਿ ਤੁਸੀਂ ਤੇ ਸਾਡੇ ਮੁਲਕ ਚ ਆਉਂਦੇ ਹੀ ਕਦੇ ਕਦੇ ਆ, ਉਦੋਂ ਹੀ ਯਾਤਰਾ ਤੇ ਰਹਿੰਦੇ ਸੀ। ਉਹ ਕਹਿੰਦੇ ਜਿਵੇਂ ਤੁਹਾਡੇ ਤੋਂ ਬਗੈਰ ਸਾਡਾ ਦੇਸ਼ ਚੱਲੀ ਜਾਂਦਾ, ਪ੍ਰਧਾਨ ਮੰਤਰੀ ਤੋਂ ਬਗੈਰ ਦੇਸ਼ ਚੱਲੀ ਜਾਂਦਾ, ਓਦਾਂ ਸਾਡਾ ਸਕੂਲ ਵੀ ਚੱਲੀ ਜਾਂਦਾ। ਸੋ ਉਹੀ ਹਾਲ ਆ ਕਿ ਜਿੱਦਾਂ ਉਹ ਦੇਸ਼ ਚੱਲੀ ਜਾਂਦਾ, ਉਹਦਾ ਸਕੂਲ ਚੱਲੀ ਜਾਂਦਾ, ਓਦਾਂ ਦਾ ਹੀ ਇੱਥੇ ਸਾਡੇ ਸਿਸਟਮ ਚੱਲੀ ਜਾਂਦਾ। ਭਾਰਤੀ ਜਨਤਾ ਪਾਰਟੀ ਦੇ ਆ ਜਿਹੜੇ ਵਿਧਾਇਕ ਆ ਜਾਂ ਹੋਰ ਇਸ ਤਰ੍ਹਾਂ ਦੇ ਆਗੂ ਆ, ਸ਼ਾਇਦ ਉਹ ਹੁਣ ਨਿੱਠ ਕੇ ਬਹਿ ਗਏ ਆ, ਮਿੱਥ ਕੇ ਬਹਿ ਗਏ ਆ ਕਿ ਸਮਾਂ ਥੋੜਾ ਰਹਿ ਗਿਆ, ਜਿਹੜੇ ਕੰਡੇ ਕੁੰਡੇ ਹੈਗੇ ਆ ਚੁਗ ਲੋ, ਫਿਰ ਮੌਕਾ ਲੱਗਣਾ ਜਾਂ ਨਹੀਂ ਲੱਗਣਾ, ਦਾਅ ਲੱਗਣਾ ਜਾਂ ਨਹੀਂ ਲੱਗਣਾ, ਉਹ ਬਾਅਦ ਦੀਆਂ ਗੱਲਾਂ ਨੇ। ਜਿਹੜਾ ਸਮਾਂ ਹੈਗਾ ਇਸ ਸਮੇਂ ਨੂੰ ਸਮੇਟ ਲਓ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਆ ਨਾਨਕ ਸ਼ਾਹ ਫਕੀਰ ਫਿਲਮ ਤੇ ਦਿਨ ਭਰ ਚੱਲਦਾ ਰਿਹਾ ਕਸ਼ਮਕਸ਼ ਦਾ ਸਿਲਸਿਲਾ। ਦੇਖੋ ਇਸ ਫਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਹਾਈਪ ਬਣੀ ਪਈ ਆ, ਬਹੁਤ ਜ਼ਿਆਦਾ ਵਿਰੋਧ ਹੋਣ ਡਿਆ ਵਾ, ਔਰ ਬਹੁਤ ਜ਼ਿਆਦਾ ਉਤਸੁਕਤਾ ਵੀ ਆ ਕਿ ਅੱਗੇ ਕੀ ਹੋਊਗਾ, ਹੁਣ ਇਸ ਐਪੀਸੋਡ 'ਚ ਨਵਾਂ ਕੀ ਵਾਪਰੂਗਾ। ਜਿੱਦਾਂ ਉਹ ਕੋਈ ਇੰਟਰਸਟਿੰਗ ਸੀਰੀਅਲ ਚੱਲਦਾ ਨਾ, ਤਾਂ ਹਰੇਕ ਸੀਨ ਦੀ ਇੱਕ ਕਿਉਰਿਓਸਿਟੀ ਹੁੰਦੀ ਹੈ ਕਿ ਗਾਂ ਪਤਾ ਨਹੀਂ ਕੀ ਹੋਣਾ। ਤਾਂ ਇਸ ਮਾਮਲੇ ਦੇ ਵਿੱਚ ਵੀ ਉਤਸੁਕਤਾ ਲੋਕਾਂ ਦੇ ਵਿੱਚ, ਲੋਕ ਦੇਖਦੇ ਰਹੇ ਦਿਨ ਭਰ ਕੇ ਕੀ ਵਾਪਰਦਾ ਕੀ ਹੁੰਦਾ। ਉਹ ਬੜਾ ਕੁਛ ਹੋਇਆ। ਅੱਜ ਪਹਿਲਾ ਫੈਸਲਾ ਇਹ ਆਇਆ ਸੁਪਰੀਮ ਕੋਰਟ ਦੇ ਵਿੱਚੋਂ ਕਿ ਇਸ ਫਿਲਮ ਨੂੰ ਤੁਸੀਂ ਹੁਣ ਰੋਕ ਨਹੀਂ ਸਕਦੇ। ਸੁਪਰੀਮ ਕੋਰਟ ਨੇ ਤੇ ਦੱਸਦੇ ਆ ਕਿ SGPC ਨੂੰ ਵੀ ਕਾਫੀ ਝਾੜ ਚੰਬ ਕੀਤੀ ਆ ਕਿ ਤੁਸੀਂ ਹੁੰਨੇ ਕੌਣ ਹੋ? ਜਦੋਂ ਸੈਂਸਰ ਬੋਰਡ ਨੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਆ, ਹੁਣ ਤੁਸੀਂ ਫਿਲਮ ਨੂੰ ਕਿੱਦਾਂ ਰੋਕ ਸਕਦੇ ਹੋ? ਔਰ ਇਸ ਫਿਲਮ ਦੇ ਵਿੱਚ ਕੁਛ ਵੀ ਗਲਤ ਨਹੀਂ ਹੈ। ਸੋ ਸੁਪਰੀਮ ਕੋਰਟ ਨੇ ਆਖਿਆ ਕਿ ਇਹ ਫਿਲਮ ਹਰ ਹਾਲ 'ਚ ਵਿਖਾਈ ਜਾਊਗੀ, ਔਰ ਵਿਖਾਉਣ ਦਾ ਜਿਹੜਾ ਪ੍ਰਬੰਧ ਆ ਉਹ ਸਟੇਟ ਸਰਕਾਰਾਂ ਕਰਨਗੀਆਂ। ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਦੀ ਜ਼ਿੰਮੇਵਾਰੀ ਹੋਊਗੀ ਉਹ ਸੂਬਾ ਸਰਕਾਰਾਂ ਦੀ ਹੋਊਗੀ। ਕਿਉਂਕਿ ਇਹ ਜਿਹੜੀ ਪਟੀਸ਼ਨ ਪਾਈ ਸੀਗੀ ਇਹ ਖੁਦ ਹਰਿੰਦਰ ਸਿੰਘ ਸਿੱਖਾ ਨੇ ਪਾਈ ਸੀਗੀ। ਉਹਨੇ ਆਖਿਆ ਸੀਗਾ ਕਿ ਦੇਖੋ ਜਿਹੜੀ ਬੰਦੇ ਦੀ ਆਜ਼ਾਦੀ ਹੁੰਦੀ ਹੈ, ਮੌਲਿਕ ਆਜ਼ਾਦੀ ਹੁੰਦੀ ਹੈ, ਉਸ ਮੌਲਿਕ ਆਜ਼ਾਦੀ ਦਾ ਕਿਤੇ ਨਾ ਕਿਤੇ ਹਨਨ ਕੀਤਾ ਜਾ ਰਿਹਾ ਕਿ ਮੈਂ ਇੱਕ ਫਿਲਮ ਬਣਾਈ ਹੈ, ਮੇਰੀ ਕਲਾਕ੍ਰਿਤ ਨੂੰ ਦਬਾਇਆ ਜਾ ਰਿਹਾ, ਰੋਕਿਆ ਜਾ ਰਿਹਾ, ਔਰ ਇੱਕ ਖਾਸ ਵਰਗ ਇਹ ਨਹੀਂ ਚਾਹੁੰਦਾ ਕਿ ਫਿਲਮ ਰਿਲੀਜ਼ ਹੋਵੇ। ਸੋ ਇਹਦੇ ਤੇ ਸੁਪਰੀਮ ਕੋਰਟ ਨੇ ਨਿਪਟਾਰਾ ਕਰ ਦਿੱਤਾ। ਜਿਵੇਂ ਸੁਪਰੀਮ ਕੋਰਟ ਦੇ ਵਿੱਚੋਂ ਫੈਸਲਾ ਆਇਆ, ਯਕਦਮ ਕੌਮੀ ਚੈਨਲਾਂ ਤੱਕ ਵੀ ਇਹ ਖਬਰਾਂ ਚੱਲ ਗਈਆਂ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਇਹ ਫਿਲਮ ਜਿਹੜੀ ਆ ਉਹ ਇੱਥੇ ਰਿਲੀਜ਼ ਨਹੀਂ ਹੋਣ ਦੇਵਾਂਗੇ, ਯਾਨੀ ਇਹਨਾਂ ਨੇ ਬੈਨ ਦਾ ਐਲਾਨ ਕਰ ਦਿੱਤਾ। ਤੇ ਕਮਾਲ ਦੀ ਗੱਲ ਆ ਕਿ ਜਿੱਦਾਂ ਹੀ ਇਹ ਖਬਰਾਂ ਚੱਲੀਆਂ ਉਦੋਂ ਬਾਅਦ ਠੀਕ ਇੱਕ ਛੋਟੀ ਜਿਹੀ ਖਬਰ ਫਲੈਸ਼ ਹੋ ਗਈ। ਉਸ ਛੋਟੀ ਜਿਹੀ ਖਬਰ ਦੇ ਵਿੱਚ ਗੱਲ ਬਹੁਤ ਵੱਡੀ ਸੀ। ਉਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਸ ਫਿਲਮ ਦੇ ਮਾਮਲੇ 'ਚ ਦਖਲ ਹੀ ਨਹੀਂ ਦੇਵਾਂਗੇ। ਯਾਨੀ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਤਿਲਕਦੇ ਹੀ ਰਹੇ, ਉਦਾਂ ਇਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਇਹ ਐਨ ਮੌਕੇ ਤੇ ਤਿਲਕ ਗਈ ਆ। ਹੁਣ ਦੇਖੋ ਪਹਿਲਾਂ ਬੈਨ ਕਰਨ ਦੀ ਖਬਰ ਆਈ, ਇਹ ਕਿਹਨੇ ਖਬਰ ਦਿੱਤੀ ਹੈ? ਇਹ ਵੇਖਣ ਵਾਲੀ ਗੱਲ ਆ, ਇਹ ਸਮਝਣ ਵਾਲੀ ਗੱਲ ਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਸਭ ਨੂੰ ਪ੍ਰੈਸ ਨੋਟ ਭੇਜਿਆ ਜਾਂਦਾ, ਉਸ ਤੋਂ ਬਾਅਦ ਦੁਬਾਰਾ ਇੱਕ ਪ੍ਰੈਸ ਨੋਟ ਭੇਜਿਆ ਜਾਂਦਾ ਕਿ ਨਹੀਂ ਜੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਵਾ ਕਿ ਅਸੀਂ ਇਸ ਫਿਲਮ ਦੇ ਮਾਮਲੇ 'ਚ ਬੇਲੋੜਾ ਦਖਲ ਨਹੀਂ ਦੇਵਾਂਗੇ। ਹੁਣ ਇੱਥੋਂ ਖੇਡ ਸਾਫ਼ ਹੋ ਜਾਂਦੀ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਤਾਕਤ ਖੜੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਯੂ ਟਰਨ ਯੂੰ ਹੀ ਨਹੀਂ ਆਇਆ। ਜਦੋਂ ਕੋਈ ਦਬਾਅ ਪਿਆ, ਹੁਣ ਦਬਾਅ ਪਤਾ ਨਹੀਂ ਕਿੱਥੋਂ ਪਿਆ, ਜਦੋਂ ਦਬਾਅ ਪਿਆ ਤੇ ਨਾਲ ਦੀ ਨਾਲ ਫਿਰ ਯੂ ਟਰਨ ਬਚ ਗਿਆ। ਪਰ ਇਹਦੇ ਨਾਲ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੇ ਸਾਰੀ ਖੇਡ ਖਿਲਾਰੀ ਆ, ਉਹ ਕਹਿੰਦੀ ਜੀ ਕਿ ਅਸੀਂ ਫੇਰ ਸੁਪਰੀਮ ਕੋਰਟ 'ਚ ਜਾਵਾਂਗੇ, ਨਜ਼ਰਸਾਨੀ ਵਾਲੀ ਪਟੀਸ਼ਨ ਪਾਵਾਂਗੇ। ਪਰ ਹੁਣ ਉੱਥੋਂ ਕੁਛ ਵੱਟਿਆ ਨਹੀਂ ਜਾਣਾ,
ਨਜ਼ਰਸਾਨੀ ਦੀ ਪਟੀਸ਼ਨ ਉੱਥੇ ਹੀ ਜਾਣੀ ਆ ਜਿਨ੍ਹਾਂ ਨੇ ਅੱਜ ਪਟੀਸ਼ਨ ਰੱਦ ਕੀਤੀ ਆ। ਜਦੋਂ ਉਹਨਾਂ ਨੇ ਆਪਣੀ ਜੱਜਮੈਂਟ ਦੇ ਵਿੱਚ ਲਿਖ ਦਿੱਤਾ ਕਿ ਫਿਲਮ ਰਿਲੀਜ਼ ਕਰਨਾ ਜਾਂ ਰਿਲੀਜ਼ ਨਾ ਕਰਨਾ ਇਹ ਦੇਖਣਾ ਕੰਮ ਸੈਂਸਰ ਬੋਰਡ ਦਾ, ਜੇ ਉਹਨਾਂ ਨੇ ਹਰੀ ਝੰਡੀ ਦੇ ਦਿੱਤੀ ਆ, ਉਹ ਸੰਵਿਧਾਨਕ ਸੰਸਥਾਨ ਹੈ, ਫਿਰ ਤੁਸੀਂ ਫਿਲਮ ਰੋਕ ਨਹੀਂ ਸਕਦੇ। ਤਾਂ ਫਿਰ ਉੱਥੇ ਵਾਰ-ਵਾਰ ਜਾਣ ਦਾ ਮੇਰੇ ਖਿਆਲ ਦੇ ਨਾਲ ਤੁੱਕ ਕੋਈ ਨਹੀਂ ਬਣਦਾ। ਦਿਨ ਤੇ ਆ ਵਿੱਚ 2 ਰਹਿ ਗਏ ਆ। ਸੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋਕ ਕਹਿ ਰਹੇ ਕਿ ਆਹ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੋ ਦੇਰ ਨਾਲ ਹੀ ਸਹੀ ਆਪਣਾ ਫਰਜ਼ ਤੇ ਨਿਭਾਉਣ ਲੱਗੀ ਆ, ਪਰ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਵਾਰ-ਵਾਰ ਕਹਿਣਾ ਕਿ ਲੋਕ ਜਿੰਨਾ ਵਿਰੋਧ ਫਿਲਮ ਦਾ ਕਰਦੇ ਪਏ ਆ, ਪਰ ਉਹਨਾਂ ਵਿਰੋਧ ਇਹਨਾਂ ਲੋਕਾਂ ਦਾ ਨਹੀਂ ਕਰਦੇ ਜਿਨ੍ਹਾਂ ਨੇ ਇਸ ਕਹਾਣੀ ਨੂੰ ਇੱਥੋਂ ਤੱਕ ਲਿਆਂਦਾ। ਗਿਆਨੀ ਗੁਰਬਚਨ ਸਿੰਘ ਵਾਰ-ਵਾਰ ਦੇਖੋ ਕਿੱਦਾਂ ਪਲਟਦਾ। ਪਹਿਲੀ ਅਪਰੂਵਲ ਹੀ ਗਿਆਨੀ ਗੁਰਬਚਨ ਸਿੰਘ ਨੇ ਦਿੱਤੀ ਆ। ਪਹਿਲੀ ਵਾਰ ਪੁੱਛਿਆ ਹੀ ਸਿੱਕੇ ਨੇ ਉੱਤੋਂ ਸੀਗਾ। ਫਿਰ ਉਹ ਕਹਿੰਦਾ ਕਿ ਮੈਂ ਪ੍ਰਸ਼ੰਸਾ ਪੱਤਰ ਦਿੱਤਾ, ਫਿਰ ਕਹਿੰਦਾ ਜੀ ਮੈਂ ਫਿਲਮ ਲਈ ਕੁਛ ਇਹੋ ਜਿਹਾ ਦਿੱਤਾ ਹੀ ਨਹੀਂ। ਫਿਰ ਜਦੋਂ ਪੱਤਰ ਹੋ ਜਾਂਦਾ ਲੀਕ ਸੋਸ਼ਲ ਮੀਡੀਆ ਤੇ, ਫਿਰ ਕਹਿੰਦਾ ਜੀ ਕਿ ਨਹੀਂ ਮੈਂ ਉਹਨਾਂ ਦੇ ਪੰਥਕ ਕਾਰਜਾਂ ਲਈ ਪ੍ਰਸ਼ੰਸਾ ਕੀਤੀ ਸੀ। ਫਿਰ ਉਹ ਰੱਦ ਹੀ ਕਰ ਦਿੰਦਾ ਪ੍ਰਸ਼ੰਸਾ ਪੱਤਰ, ਫਿਰ ਕਹਿੰਦਾ ਜੀ ਫਿਲਮ ਤੇ ਰੋਕ। ਕਿੰਨੇ ਯੂਟਰਨ ਏਦਾਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਕਦੇ ਨਾ ਕਰ ਦਿੱਤੀ, ਕਦੇ ਸਬ ਕਮੇਟੀ ਬਣਾ ਦਿੱਤੀ, ਫਿਰ ਕਦੇ ਹਰੀ ਝੰਡੀ ਦੇ ਦਿੱਤੀ, ਫਿਰ ਬੀਬੀ ਜਗੀਰ ਕੌਰ ਨੇ ਕਦੇ ਜਾ ਕੇ ਪੋਸਟਰ ਰਿਲੀਜ਼ ਕਰ ਦਿੱਤਾ, ਫਿਰ ਫਿਲਮ ਨੂੰ ਬੈਨ ਕਰ ਦਿੱਤਾ। ਸਮਝ ਤੋਂ ਪਰੇ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ। ਪਰ ਇਸ ਸਾਰੇ ਮਾਮਲੇ 'ਚ ਅਕਾਲੀ ਦਲ ਦੀ ਭੂਮਿਕਾ ਜਿਹੜੀ ਉਹ ਵੀ ਬਹੁਤ ਸ਼ੱਕੀ ਨਜ਼ਰ ਆਉਂਦੀ ਆ, ਕਿਉਂਕਿ ਪੰਥਕ ਮੁੱਦਿਆਂ ਤੇ ਨੰਬਰਦਾਰੀ ਕਰਨ ਵਾਲੇ ਅਕਾਲੀ ਇਸ ਮਾਮਲੇ ਤੇ ਕੁਸਕਦੇ ਹੀ ਨਹੀਂ ਪਏ। ਜੀ ਜੀ ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਨਵਜੋਤ ਸਿੱਧੂ ਨੇ ਰੇਤ ਦਾ ਕੰਟਰੋਲ ਸਰਕਾਰੀ ਹੱਥਾਂ ਵਿੱਚ ਲੈਣ ਦੇ ਦਿੱਤੇ ਸੰਕੇਤ। ਦੇਖੋ ਨਵਜੋਤ ਸਿੱਧੂ ਦੀਆਂ 2 ਗੱਲਾਂ ਮੈਨੂੰ ਜਾਤੀ ਤੌਰ ਤੇ ਬੜੀਆਂ ਪਸੰਦ ਆਈਆਂ। ਇੱਕ ਰੇਤ ਦੇ ਮਾਮਲੇ 'ਚ, ਇੱਕ ਸ਼ਰਾਬ ਦੇ ਮਾਮਲੇ 'ਚ। ਜਿੰਨਾ ਇਸ ਬੰਦੇ ਨੇ ਰੌਲਾ ਪਾਇਆ ਉਹ ਰੌਲਾ ਸਹੀ ਸੀ, ਪਰ ਇਸ ਰੌਲੇ ਨੂੰ ਦੂਸਰਿਆਂ ਦੇ ਰੌਲੇ ਨੇ ਦਬਾ ਲਿਆ। ਇਹਨੇ ਸ਼ਰਾਬ ਵਾਲਾ ਸਾਰਾ ਕਾਰੋਬਾਰ ਕਿਹਾ ਸੀਗਾ ਕਿ ਸਰਕਾਰੀ ਹੱਥਾਂ 'ਚ ਲੈ ਲਓ, ਤੁਹਾਡੀ ਜਿਹੜੀ ਆਮਦਨ ਆ ਉਹ 5 ਗੁਣਾ ਵੱਧ ਜਾਣੀ ਆ, ਮਤਲਬ ਕਿ ਸਿੱਧੀ 25-30 ਹਜ਼ਾਰ ਕਰੋੜ ਦੇ ਕਰੀਬ ਚਲੇ ਜਾਣ। ਇਸ ਬੰਦੇ ਦੀ ਗੱਲ ਨਾ ਪਿਛਲੀ ਵਾਰੀ ਗੋਲੀ ਗਈ, ਐਤਕੀ ਤੇ ਲੜੀ ਪਿਆ ਸੀਗਾ ਨਾ ਜਿੱਦਣ ਇਹਨਾਂ ਦੀ ਐਕਸਾਈਜ਼ ਪਾਲਿਸੀ ਬਣੀ ਆ। ਇਹ ਉਸ ਮੀਟਿੰਗ ਦੇ ਵਿੱਚ ਰਫੜ ਪਾ ਕੇ ਬਹਿ ਗਿਆ ਸੀ। ਇਸ ਗੱਲੋਂ ਤੁਹਾਨੂੰ ਪਤਾ ਇਹ ਬਾਜ ਨਹੀਂ ਆਉਂਦਾ, ਜਦੋਂ ਬੋਲਦਾ ਫਿਰ ਖੁੱਲ ਜਾਂਦਾ ਪੂਰੀ ਤਰ੍ਹਾਂ। ਐਤਕੀ ਨੇ ਰੌਲਾ ਪਾ ਲਿਆ ਸੀ, ਕਹਿੰਦਾ ਤੁਸੀਂ ਪਿਛਲੀ ਵਾਰ ਤੇ ਕਿਹਾ ਸੀਗਾ ਕਿ ਐਤਕੀ ਸਿੱਧੂ ਸਾਹਿਬ ਸਮਾਂ ਥੋੜਾ, ਆਪਣੀ ਸਰਕਾਰ ਨਵੀਂ ਬਣੀ ਆ, ਅਗਲੀ ਵਾਰ ਐਕਸਾਈਜ਼ ਪਾਲਿਸੀ ਬਣਾ ਲਵਾਂਗੇ ਨਵੀਂ। ਤੇ ਹੁਣ ਕੀ ਹੋਇਆ? ਹੁਣ ਤੇ ਸਾਲ ਪੈ ਗਿਆ। ਦੱਸਦੇ ਇਹਨੂੰ ਬਹੁਤ ਮਿੰਨਤਾਂ ਤਰਲੇ ਨਾਲ ਮਨਾਇਆ ਗਿਆ ਕਿ ਤੂੰ ਜਲੂਸ ਨਾ ਕੱਢ ਹੁਣ ਇਸ ਕੈਬਨਿਟ ਮੀਟਿੰਗ ਦਾ, ਤੇ ਚੁੱਪ ਕਰ ਜਾ, ਕੋਈ ਨਹੀਂ ਅਸੀਂ ਦੇਖ ਲਵਾਂਗੇ ਹੌਲੀ। ਇਹਦੀ ਮੰਗ ਇਹੋ ਸੀਗੀ ਸ਼ਰਾਬ ਦਾ ਕਾਰੋਬਾਰ ਜਿਹੜਾ ਹੈ ਉਹ ਇੱਕ ਕਮਿਸ਼ਨ ਬਣਾ ਕੇ ਸਰਕਾਰ ਆਪਣੇ ਹੱਥਾਂ ਵਿੱਚ ਲੈ ਲਵੇ, ਕਿਉਂਕਿ ਪ੍ਰਾਈਵੇਟ ਕਾਰੋਬਾਰੀ ਹੈ ਜਿਹੜੇ, ਪ੍ਰਾਈਵੇਟ ਪਲੇਅਰ ਹੈ ਜਿਹੜੇ, ਉਹ ਸਾਰਾ ਮੁਨਾਫਾ ਖਾਦੀ ਜਾਂਦੇ। ਏਦਾਂ ਹੀ ਰੇਤ ਦੇ ਮਾਮਲੇ 'ਚ ਵੀ ਨਵਜੋਤ ਸਿੱਧੂ ਸ਼ੁਰੂ ਤੋਂ ਰੌਲਾ ਪਾਉਂਦਾ ਕਿ ਸਰਕਾਰੀ ਕੰਟਰੋਲ ਹੋਣਾ ਚਾਹੀਦਾ ਰੇਤ ਦਾ। ਹੁਣ ਕਿਉਂਕਿ ਨਵਜੋਤ ਸਿੱਧੂ ਦਾ ਦਾ ਫੱਬ ਗਿਆ, ਚਵਲਾ ਚੱਲ ਗਿਆ, ਇਹ ਸਬ ਕਮੇਟੀ ਦਾ ਮੁਖੀ ਹੈ, ਜਿਹੜੀ ਸਬ ਕਮੇਟੀ ਬਣਾਈ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਕੀ ਕੀਤਾ ਜਾਵੇ ਇਹਦੇ ਨਾਲ ਰੇਤ ਦਾ ਮਸਲਾ ਹੱਲ ਹੋਵੇ। ਇਹਨਾਂ ਨੇ ਰਿਪੋਰਟ ਦੇਣੀ ਹੈ 30 ਅਪ੍ਰੈਲ ਤੱਕ, ਪਰ ਇਸ ਰਿਪੋਰਟ ਦੇ ਕੁਝ ਅੰਸ਼ ਨਵਜੋਤ ਸਿੱਧੂ ਆਪ ਹੀ ਨਸ਼ਰ ਕਰ ਗਿਆ। ਅੱਜ ਉਹਨੇ 1-2 ਇੰਟਰਵਿਊ ਦਿੱਤੀਆਂ ਨੇ, ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਵਿੱਚ ਦੇਖੋ ABP ਵਾਲਿਆਂ ਨਾਲ ਗੱਲ ਕੀਤੀ ਉਹਨੇ, ਯਾਦਵਿੰਦਰ ਨਾਲ, ਤੇ ਉਹਦੇ ਵਿੱਚ ਯਾਦਵਿੰਦਰ ਤੁਹਾਨੂੰ ਪਤਾ ਥੋੜੇ ਟਣਕਾ ਕੇ ਪੁੱਛਦਾ ਸਵਾਲ। ਉਹਨੇ ਪੁੱਛਿਆ ਕਿ ਨੇਤਾਵਾਂ ਦੀ ਸ਼ਮੂਲੀਅਤ ਕੋਈ ਨਜ਼ਰ ਆਈ ਆ, ਤੁਸੀਂ ਜਿੰਨੀ ਕੁ ਪੁੱਛਣ ਕੀਤੀ ਹੁਣ ਤੱਕ? ਤੇ ਉਹ ਕਹਿੰਦਾ ਕਿ ਹਾਂ ਹੈਗੀ ਆ। ਤੇ ਜਦੋਂ ਪੁੱਛਿਆ ਗਿਆ ਕਿ ਕਾਂਗਰਸੀਆਂ ਦਾ ਵੀ ਨਾਂ ਆਉਂਦਾ, ਫਿਰ ਨਵਜੋਤ ਸਿੱਧੂ ਚਲਾਕੀ ਵਰਤ ਗਿਆ, ਕਹਿੰਦਾ ਨਹੀਂ ਸਾਰਿਆਂ ਦਾ ਹੀ ਹੈਗਾ, ਯਾਨੀ ਸਾਰੀਆਂ ਪਾਰਟੀਆਂ ਵਾਲੇ ਹੈਗੇ ਆ। ਆਪਦਿਆਂ ਦਾ ਨਾਂ ਬੇਸ਼ੱਕ ਉਹਨੇ ਸਿੱਧੇ ਤੌਰ ਤੇ ਨਹੀਂ ਲਿਆ, ਪਰ ਮੁਨਕਰ ਨਹੀਂ ਹੋਇਆ, ਕਹਿੰਦਾ ਕਿ ਨਾਂ ਸਾਰੀਆਂ ਪਾਰਟੀਆਂ ਦੇ ਹੈਗੇ। ਇਹਦਾ ਮਤਲਬ ਆ ਕਿ ਰੇਤ ਸਾਰੇ ਹੀ ਖਾਣ ਡਏ ਸੀਗੇ, ਰੇਤ ਸਾਰੇ ਹੀ ਖਾ ਰਹੇ ਸੀਗੇ। ਫਿਰ ਹੁਣ ਦੂਜੀ ਗੱਲ ਉਹਨੇ ਕਹੀ ਆ, ਉਹ ਕਹਿੰਦੇ ਆ ਕਿ GPRS ਲਾਵਾਂਗੇ, ਜਿਹਦੀ ਕਿ ਆਪਾਂ ਵੀ ਗੱਲ ਕੀਤੀ ਸੀ ਥੋੜੇ ਦਿਨ ਪਹਿਲਾਂ ਕਿ ਟਿੱਪਰਾਂ ਤੇ GPRS ਇਸ ਤਰ੍ਹਾਂ ਦੇ ਸਿਸਟਮ ਲਾਏ ਜਾਣੇ ਚਾਹੀਦੇ ਆ ਜੋ ਟਰੈਕ ਕੀਤੇ ਜਾ ਸਕਣ ਕਿ ਕੌਣ ਰੇਤ ਲਿਜਾ ਰਿਹਾ, ਕੌਣ ਨਹੀਂ ਲਿਜਾ ਰਿਹਾ, ਕਿੰਨੀ ਰੇਤ ਲਿਜਾ ਰਿਹਾ। ਸੋ ਇਹਨਾਂ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਆ ਕਿ ਮਾਈਨਿੰਗ ਰੋਕਣ ਲਈ ਅਸੀਂ GPRS ਸਿਸਟਮ ਨੂੰ ਇੱਕ ਹਥਿਆਰ ਵਜੋਂ ਵਰਤਾਂਗੇ। ਦੂਸਰਾ ਹੈ ਕਿ ਖਾਸ ਪੇਂਟ ਕਰਾਂਗੇ ਟਿੱਪਰਾਂ ਨੂੰ, ਮਤਲਬ ਇੱਕ ਰੰਗ ਰੱਖ ਦਿੱਤਾ ਜਾਊਗਾ। ਜਿੱਦਾਂ ਤੁਸੀਂ ਦੇਖਿਆ ਹੋਣਾ ਸਾਡੇ ਪੰਜਾਬ ਦੇ ਵਿੱਚ ਆ ਜਿਹੜੀਆਂ ਸਕੂਲੀ ਬੱਸਾਂ ਹੁੰਦੀਆਂ ਉਹਨਾਂ ਦਾ ਰੰਗ ਖੱਟਾ ਹੁੰਦਾ, ਤਾਂ ਪਤਾ ਲੱਗ ਜਾਂਦਾ ਕਿ ਸਕੂਲੀ ਵੈਨ ਆਉਂਦੀ ਆ। ਇਹ ਕਹਿੰਦੇ ਕਿ ਅਸੀਂ ਇੱਕ ਪਾਰਟੀਕੂਲਰ ਇੱਕ ਰੰਗ ਰੱਖਾਂਗੇ ਜਿਸ ਤੋਂ ਪਛਾਣ ਆਵੇ ਕਿ ਇਹ ਮਾਈਨਿੰਗ ਲਈ ਵਰਤਿਆ ਜਾ ਰਿਹਾ ਵਾਹਨ ਹੈ।
ਤੀਜੀ ਚੀਜ਼ ਉਹਨਾਂ ਨੇ ਕਹੀ ਆ ਕਿ ਅਸੀਂ ਇਹ ਜਿਹੜਾ ਰੇਤਾ ਹੈ ਉਹ ਲਿਆ ਕੇ ਤੇ ਸਰਕਾਰ ਦੇ ਸਟਾਕ ਯਾਰਡ ਦੇ ਵਿੱਚ ਸਟੋਰ ਕਰਾਂਗੇ, ਉੱਥੋਂ ਜਨਤਾ ਨੂੰ ਸਿੱਧੀ ਸਪਲਾਈ ਕਰਾਂਗੇ। ਮਤਲਬ ਕਿ ਆ ਜਿਹੜਾ ਵਸੂਲੀਆ ਪਾਉਣ ਵਾਲਾ ਕੰਮ ਆ ਇਹ ਅਸੀਂ ਕੱਢ ਹੀ ਦੇਵਾਂਗੇ। ਸੋ ਜੇ ਸਾਰੀਆਂ ਚੀਜ਼ਾਂ ਇਸ ਸਬ ਕਮੇਟੀ ਦੀਆਂ ਸਰਕਾਰ ਮੰਨ ਕੇ ਲਾਗੂ ਕਰ ਦਿੰਦੀ ਹੈ ਤੇ ਮੇਰੇ ਖਿਆਲ ਦੇ ਨਾਲ ਰਾਜ ਕਰਨਦੀਪ ਸਿੰਘ ਜੀ ਲੋਕਾਂ ਨੂੰ ਸਾਹ ਆ ਜਾਊਗਾ। ਇੱਥੇ ਦੇਖੋ, ਕਿਸੇ ਨੇ ਇੱਕ ਕੋਠਾ ਪਾਉਣਾ ਹੋਵੇ, ਗਰੀਬ ਨੇ, ਮਾਤੜ ਨੇ, ਉਹਦੇ ਕੋਲ ਲੱਖ ਰੁਪਈਏ ਦਾ ਬਜਟ ਹੋਊਗਾ, ਲੱਖ ਦੇ ਵਿੱਚੋਂ ਕੋਠੇ ਦੀ ਜੇ 20,000 ਦੀ ਰੇਤ ਹੀ ਆ ਗਈ ਤੇ ਦੂਜੇ ਮਟੀਰੀਅਲ ਲਈ ਉਹਦੇ ਪੈਸੇ ਘੱਟ ਜਾਣਗੇ। ਇਹ ਬੜੀ ਮੁਸ਼ਕਲ ਆ। ਅਸੀਂ ਜਦੋਂ ਗੱਲ ਕਰਦੇ ਹਾਂ ਬੁਨਿਆਦੀ ਸਹੂਲਤਾਂ ਦੀ ਤੇ ਕਹਿੰਦੇ ਆ ਕਿ ਜੁੱਲੀ, ਗੁੱਲੀ ਤੇ ਕੁੱਲੀ ਹਰੇਕ ਕੋਲ ਹੋਣੀ ਚਾਹੀਦੀ ਹੈ। ਜੀ ਜੀ। ਤੋ ਪੰਜਾਬ ਦੇ ਵਿੱਚ ਜੁੱਲੀ ਵੀ ਬਹੁਤ ਆ, ਗੁੱਲੀ ਵੀ ਬਹੁਤ ਆ, ਪਰ ਕੁੱਲੀ ਤੇ ਸਭ ਨੂੰ ਚਾਹੀਦੀ ਹੈ ਨਾ ਪੱਕੀ। ਤਾਂ ਕੁੱਲੀ ਪਾਉਣੀ ਜਿਹੜੀ ਆ ਹਰੇਕ ਬੰਦੇ ਦਾ ਹੱਕ ਵੀ ਆ, ਪਰ ਜਿਹੜੇ ਮਾਤੜ ਲੋਕ ਆ ਉਹ ਇਸ ਹੱਕ ਤੋਂ ਮਹਿਰੂਮ ਰਹਿੰਦੇ ਪਏ ਆ। ਇਸੇ ਕਰਕੇ ਕਿਉਂਕਿ ਰੇਤ ਬੜੀ ਮਹਿੰਗੀ ਆ, ਲੋਕ ਆਪਣੀਆਂ ਉਸਾਰੀਆਂ ਰੋਕ ਕੇ ਬੈਠੇ ਆ ਕਿ ਕਦੋਂ ਇਹ ਰੇਤ ਦੇ ਰੇਟ ਥੱਲੇ ਆਉਣ, ਕਦੋਂ ਅਸੀਂ ਆਪਣਾ ਕੰਮ ਚਲਾਈਏ। ਸੋ ਮੇਰੇ ਖਿਆਲ ਦੇ ਨਾਲ ਹੁਣ ਇੰਤਜ਼ਾਰ ਕਰਦੇ ਆ ਇਸ ਕਮੇਟੀ ਤੇ। ਸਾਰਾ ਦਾਰੋਮਦਾਰ ਜਿਹੜਾ ਉਹ ਹੁਣ ਇਸ ਸਬ ਕਮੇਟੀ ਤੇ ਟਿਕ ਗਿਆ, ਕਿਉਂਕਿ ਜਿਹੜਾ ਵੱਡਾ ਕਮੇਟੀ ਵਾਲਾ ਇਹਨਾਂ ਦਾ ਕਮੇਟਾ ਸੀਗਾ ਕੈਪਟਨ ਅਮਰਿੰਦਰ ਸਿੰਘ, ਉਹਨੇ ਤਾਂ ਜਿਹੜਾ ਕਰਨਾ ਸੀ ਸੋ ਕਰ ਦਿੱਤਾ। ਸਾਲ ਸਵਾ ਸਾਲ ਚ ਉਹਨੇ ਤੇ ਵਿਖਾ ਦਿੱਤਾ ਜਿਹੜਾ ਜਲਵਾ ਵਿਖਾਉਣਾ ਸੀ। ਹੁਣ ਇਸ ਸਬ ਕਮੇਟੀ ਤੇ ਉਮੀਦ ਆ ਕਿ ਸ਼ਾਇਦ ਇਹ ਰੇਤ ਜਿਹੜੀ ਹੈ ਇਹ ਵਾਪਸ ਆਮ ਬੰਦੇ ਦੀ ਪਹੁੰਚ ਵਿੱਚ ਆ ਜਾਊਗੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਪ੍ਰਗਟ ਸਿੰਘ ਦੀ ਝੰਡੀ ਵਾਲੀ ਕਾਦ ਐਂ ਜਾਪਦਾ ਵੀ ਹੋ ਗਈ ਪੱਕੀ, ਯਾਨੀ ਇਹਦਾ ਮਤਲਬ ਕਿ ਪ੍ਰਗਟ ਸਿੰਘ ਝੰਡੀ ਲੈ ਗਿਆ, ਵੱਢ ਗਿਆ ਝੰਡੀ, ਝੰਡੀ ਪੱਕੀ ਕਰ ਗਿਆ। ਵੈਸੇ ਫਿਰ ਇਹਦੇ ਚ ਰਾਜ ਕਰਨਵੀਰ ਸਿੰਘ ਜੀ ਤੁਹਾਨੂੰ ਵੀ ਵਧਾਈ ਹੈ ਥੋੜੀ ਜਿਹੀ, ਤੁਹਾਡੇ ਇਲਾਕੇ ਦਾ ਨਵਾਂ ਮੰਤਰੀ ਆ ਜਾਣਾ। ਜੀ ਜੀ ਜੀ। ਦੇਖੋ, ਪ੍ਰਗਟ ਸਿੰਘ ਬਾਰੇ ਇੱਕ ਦਿਨ ਆਪਾਂ ਅੱਗੇ ਵੀ ਚਰਚਾ ਕੀਤੀ ਸੀਗੀ, ਜਿੱਦਾਂ ਨਵਜੋਤ ਸਿੱਧੂ ਨੇ ਬਿਆਨ ਦਿੱਤਾ ਸੀਗਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਕਿਤੇ ਪ੍ਰਗਟ ਸਿੰਘ ਨੂੰ ਖੇਡ ਵਿਭਾਗ ਦੇ ਦੇਣ ਤੇ ਗੱਲ ਬਣ ਜਾਏ, ਆਨੰਦ ਆ ਜਾਵੇ। ਤੇ ਉਦੋਂ ਆਪਾਂ ਇਹ ਜ਼ਿਕਰ ਜ਼ਰੂਰ ਕੀਤਾ ਸੀਗਾ ਕਿ ਦੇਖੋ ਪ੍ਰਗਟ ਸਿੰਘ ਆ ਜਿਹੜਾ ਉਹ ਅਕਾਲੀਆਂ ਚੋਂ ਤੁਰਦਾ ਫਿਰਦਾ ਆਇਆ, ਇਹਦੀ ਮੁਖਾਲਫਤ ਹੋਊਗੀ। ਦੂਜਾ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੁਆਬੇ ਚੋਂ ਪਹਿਲੀ ਪਸੰਦ ਰਾਣਾ ਗੁਰਜੀਤ ਸਿੰਘ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਕਿਸ ਤਰ੍ਹਾਂ ਨਿਕਲੂਗਾ ਉਹ ਵੇਖਣਾ ਹੋਊਗਾ, ਪਰ ਦੱਸਦੇ ਆ ਹੁਣ ਕਿ ਹੱਲ ਨਿਕਲ ਆਇਆ। ਔਰ ਇਹਦਾ ਇੱਕ ਤੇ ਹੁੰਦਾ ਨਾ ਮੀਡੀਆ ਦੇ ਵਿੱਚ ਕਿਆਫਾ ਹੁੰਦਾ ਜਾਂ ਚਰਚਾ ਹੁੰਦਾ, ਪਰ ਇਹਦਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਲਈਏ ਕਿ ਪੁਸ਼ਟੀ ਵਾਲਾ ਪੱਖ ਹੀ ਸਾਡੇ ਸਾਹਮਣੇ ਆਇਆ। ਜਿੱਦਾਂ ਇਹਨਾਂ ਦੇ ਮੀਡੀਆ ਸਲਾਹਕਾਰ ਆ ਕੈਪਟਨ ਅਮਰਿੰਦਰ ਸਿੰਘ ਦੇ ਰਵੀਨ ਠੁਕਰਾਲ, ਉਹਨਾਂ ਨੇ ਥੋੜੀ ਦੇਰ ਪਹਿਲਾਂ ਟਵੀਟ ਕੀਤਾ। ਟਵੀਟ ਕੀ ਹੈ, ਉਹ ਕਹਿੰਦੇ ਆ ਕਿ ਜਲਦੀ ਪੰਜਾਬ ਨੂੰ ਵੱਖਰਾ ਖੇਡ ਮੰਤਰੀ ਦਿੱਤਾ ਜਾਊਗਾ। ਯਾਨੀ ਇਹ ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਪੁਸ਼ਟ ਕੀਤੀ ਗਈ ਖਬਰ ਆ ਕਿ ਪੰਜਾਬ ਨੂੰ ਜਲਦੀ ਇੱਕ ਖੇਡ ਮੰਤਰੀ ਮਿਲੂਗਾ ਅਲੱਗ ਵੱਖਰੇ ਤੌਰ ਤੇ, ਕਿਉਂਕਿ 40 ਦੇ ਕਰੀਬ ਡਿਪਾਰਟਮੈਂਟ ਹੈ ਜਿਹੜੇ ਉਹ ਇਕੱਲਾ ਕੈਪਟਨ ਅਮਰਿੰਦਰ ਸਿੰਘ ਆਪਣੇ ਲੱਕ ਦੇ ਆਲੇ ਦੁਆਲੇ ਬੰਨੀ ਬੈਠਾ। ਸਾਡੇ ਪੰਜਾਬ ਦੀ ਆ ਬਦਕਿਸਮਤੀ ਦੇਖੋ, ਇਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੀ ਤਸਵੀਰ ਬਦਲਣਾ ਆ। ਹੁਣ ਤੱਕ ਖੇਤੀ ਮੰਤਰੀ ਨਹੀਂ ਦਿੱਤਾ ਇਹਨਾਂ ਨੇ, ਪਤਾ ਹੀ ਨਹੀਂ ਲੱਗਦਾ ਕੀ ਮੰਤਰਾਲਾ ਕਿਹਦੇ ਕੋਲ ਹੈ, ਕੌਣ ਚਲਾਉਂਦਾ, ਕਿੱਦਾਂ ਚੱਲਦਾ ਪਿਆ, ਕੋਈ ਹਿਸਾਬ ਕਿਤਾਬ ਨਹੀਂ ਹੈ। ਸੋ ਖੇਡ ਮੰਤਰੀ ਵੀ ਹੈ ਨਹੀਂ ਸੀਗਾ, ਨਾ ਖੇਤ ਮੰਤਰੀ ਨਾ ਖੇਡ ਮੰਤਰੀ, ਗੱਡੀ ਓਦਾਂ ਹੀ ਤੁਰੀ ਜਾਂਦੀ ਆ। ਹੁਣ ਜਿਹੜਾ ਇਹ ਟਵੀਟ ਆਇਆ ਇਹਦੇ ਤੋਂ ਥੋੜੀ ਤਸਵੀਰ ਸਾਫ਼ ਹੋ ਗਈ ਆ ਕਿ ਖੇਡ ਮੰਤਰੀ ਪ੍ਰਗਟ ਸਿੰਘ ਹੀ ਬਣ ਜਾ ਰਿਹਾ, ਕਿਉਂਕਿ ਤੁਹਾਨੂੰ ਯਾਦ ਹੋਣਾ ਨਵਜੋਤ ਸਿੱਧੂ ਵੀ ਥੋੜੇ ਦਿਨ ਪਹਿਲਾਂ ਰਾਹੁਲ ਗਾਂਧੀ ਨੂੰ ਮਿਲ ਕੇ ਆਇਆ, ਕੈਪਟਨ ਅਮਰਿੰਦਰ ਸਿੰਘ ਵੀ ਮਿਲ ਕੇ ਆਇਆ, ਔਰ ਉਸ ਤੋਂ ਬਾਅਦ ਅਚਾਨਕ ਪ੍ਰਗਟ ਸਿੰਘ ਵੀ ਗਿਆ ਦਿੱਲੀ ਦੇ ਵਿੱਚ, ਕਿਉਂਕਿ ਇਹਨਾਂ ਦੀ ਜਿਹੜੀ ਐਂਟਰੀ ਹੋਈ ਸੀਗੀ ਨਵਜੋਤ ਸਿੱਧੂ ਦੀ ਔਰ ਪ੍ਰਗਟ ਸਿੰਘ ਦੀ, ਇਹ ਹੋਈ ਸੀਗੀ ਰਾਹੁਲ ਗਾਂਧੀ ਦੇ ਹੀ ਮਾਰਫਤ। ਔਰ ਗੱਲਬਾਤ ਸਾਰੀ ਜਿਹੜੀ ਕੀਤੀ ਸੀਗੀ ਉਹ ਸਿੱਧੂ ਤੇ ਪ੍ਰਗਟ ਨੇ ਕੀਤੀ ਸੀ ਪ੍ਰਿਯੰਕਾ ਗਾਂਧੀ ਦੇ ਥਰੂ। ਸੋ ਜਦੋਂ ਉਹਨਾਂ ਦੀ ਉੱਥੋਂ ਤੱਕ ਪਹੁੰਚ ਹੈਗੀ ਆ ਤੇ ਲੱਗਦਾ ਫਿਰ ਗੁਣਾ ਪ੍ਰਗਟ ਸਿੰਘ ਤੇ ਪੈ ਜਾਣਾ, ਕਿਉਂਕਿ ਖੇਡ ਮੰਤਰੀ ਦੇ ਕਾਬਲ ਤੇ ਇਹਨਾਂ ਦੇ ਵਿੱਚੋਂ ਪਹਿਲੇ ਨੰਬਰ ਦਾ ਉਮੀਦਵਾਰ ਉਹੀ ਗਿਣਿਆ ਜਾ ਸਕਦਾ। ਸੋ ਜੇ ਪ੍ਰਗਟ ਸਿੰਘ ਖੇਡ ਮੰਤਰੀ ਬਣਦਾ ਮੇਰੇ ਖਿਆਲ ਦੇ ਨਾਲ ਚੰਗੀ ਚੀਜ਼ ਆ, ਪਰ ਇਹ ਨਹੀਂ ਹੈ ਕਿ ਕੱਲਾ ਖੇਡ ਮੰਤਰੀ ਪ੍ਰਗਟ ਸਿੰਘ ਬਣਾ ਦੇ ਵੀ ਲੋਕਾਂ ਨੇ ਉਹਦੀ ਫੋਟੋ ਥੋੜੀ ਵੇਖਣੀ ਆ। ਜੇ ਫੋਟੋ ਵੇਖਣੀ ਹੈ ਤੇ ਫਿਰ ਓਦਾਂ ਹੀ ਗੂਗਲ ਤੋਂ ਦੇਖੀ ਜਾ ਸਕਦੀ ਆ, ਅਖਬਾਰਾਂ 'ਚ ਛਪਦੀ ਹੋਈ ਰਹਿੰਦੀ ਆ। ਇਹ ਖੇਡਾਂ ਵਾਲੀ ਜਿਹੜੀ ਇੱਕ ਪਾਲਿਸੀ ਲਿਆ ਕੇ ਗਰਾਊਂਡ ਲੈਵਲ ਤੋਂ ਭਾਵ ਸਾਡੇ ਪਿੰਡਾਂ ਤੱਕ ਉੱਥੇ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਐਡਾ ਜ਼ਿਆਦਾ ਟੈਲੈਂਟ ਆ ਨਾ ਸਾਡੇ ਪਿੰਡਾਂ 'ਚ, ਕਿਆ ਬਾਤਾਂ। ਪਰ ਅਫਸੋਸ ਦੀ ਗੱਲ ਹੈ ਕੋਈ ਸਾਰਾ ਟੈਲੈਂਟ ਮਿੱਟੀ ਹੋ ਰਿਹਾ, ਉਹ ਟੈਲੈਂਟ ਸਾਡਾ ਨਸ਼ਿਆਂ ਦੇ ਰਸਤੇ ਪੈ ਰਿਹਾ। ਜ਼ਰੂਰਤ ਇਸ ਗੱਲ ਦੀ ਹੈ ਕਿ ਪਿੰਡਾਂ ਦੇ ਵਿੱਚੋਂ ਉਹ ਟੈਲੈਂਟ ਚੁੱਕ ਕੇ ਅਸਲ ਟਿਕਾਣੇ ਤੇ ਪਹੁੰਚਾਇਆ ਜਾਵੇ। ਟਿਕਾਣਾ ਕਿਹੜਾ?
ओलंपिक वालियां पौड़ियां, कॉमनवैल्थ वालियां पौड़ियां, एशिया वालियां पौड़ियां, उत्थे खड़े सानू नजर आने चाहिए पंजाबी। सो जरूरत इस गल दी है कि प्रगट सिंह वर्गा मुख मंत्री खेड मंत्री बनाउंदा तां नाल ओनू फ्री हैंड भी देवे, ओनू पैसा भी देवे, ओनू खुल भी दित्ती जावे कि अपना काम तू खुल के कर। जी जी जी। अगली ਆਪਾਂ ਮਿੰਟੂ जी गल करते हैं भी कहते CID ਦਾ ਇੱਕ ਜਿਹੜਾ ਮੁਲਾਜ਼ਮ ਔਰਤ ਨੂੰ ਲੁੱਟਣ ਦੇ ਦੋਸ਼ ਹੇਠ ਫੜਿਆ ਗਿਆ ਹੈ। देखो ये CID वाला ਜਿਹੜਾ ਮੁਲਾਜ਼ਮ ਸੀਗਾ ਇਹਦੀ CID ਕੁਛ ਜ਼ਬਰਦਸਤ ਜ਼ਿਆਦਾ ਹੀ ਸੀਗੀ। ਇਹਨੂੰ ਪਤਾ ਸੀਗਾ ਕਿ ਆਹ ਔਰਤ ਤੁਰੀ ਜਾਂਦੀ ਆ, ਇਹਦੇ ਪਰਸ ਦੇ ਵਿੱਚ ਮਾਲ ਭਾਰੀ ਹੈ, ਤਾਂ ਹੀ ਇਹ ਉਹਨੂੰ ਨਿਸ਼ਾਨਾ ਬਣਾ ਕੇ ਇਹ ਪਰਸ ਲੈ ਗਿਆ। ਪਰ ਉਹਦੇ ਵਿੱਚ ਮੋਬਾਈਲ ਸੀ। ਤੁਹਾਨੂੰ ਪਤਾ ਮੋਬਾਈਲ ਵੀ ਅੱਜ ਕੱਲ ਕਈ ਵਾਰ ਗੱਲ ਦਾ ਸਿਆਪਾ ਬਣ ਜਾਂਦੇ ਆ, ਇਹ ਟਰੈਕ ਹੋ ਜਾਂਦੇ ਆ, ਇਹ ਪਤਾ ਲੱਗ ਜਾਂਦਾ ਕਿ ਕਿੱਥੇ ਆ। ਕਿਤੇ CID ਵਾਲੇ ਨੇ, ਕਿਉਂਕਿ ਨਸ਼ਾ ਪਤਾ ਕਰਦਾ ਸੀਗਾ, ਉਹ ਕਿਤੇ ਭਰਪੂਰ ਹੋਏ ਨੇ, ਉਹ ਲਾ ਲਿਆ ਹੋਣਾ, ਕਿਸੇ ਨੂੰ ਫੋਨ ਕਰਕੇ ਰਿਸ਼ਤੇਦਾਰ ਨੂੰ ਦੱਸਿਆ ਹੋਣਾ ਕਿ ਆਪਾਂ ਨਵਾਂ ਨੰਬਰ ਲੈ ਲਿਆ। ਤੇ ਉਸ ਤੋਂ ਬਾਅਦ ਫੇਰ ਕਹਾਣੀ ਜਿਹੜੀ ਹੈ ਉਹ ਚਲਦੀ ਇੱਥੋਂ ਤੱਕ ਪਹੁੰਚ ਗਈ ਕਿ ਇਹ ਫੜਿਆ ਗਿਆ। ਔਰ ਦੂਸਰਾ ਸਿਆਪਾ ਇਹ ਪੈ ਗਿਆ ਕਿ CCTV ਫੁਟੇਜ ਦੇ ਵਿੱਚ ਇਹਦੀ ਉਹ ਕਰਤੂਤ ਸਾਰੀ ਜਿਹੜੀ ਕੈਦ ਹੋ ਗਈ ਸੀ। ਘਟਨਾ ਅੰਮ੍ਰਿਤਸਰ ਦੀ ਆ। ਔਰ ਇਹ ਜਿਹੜਾ ਮੁਲਾਜ਼ਮ ਸੀਗਾ ਇਹਦਾ ਨਾਮ ਰਸ਼ਪਾਲ ਸਿੰਘ ਸੀ ਔਰ CID ਦੇ ਵਿੱਚ ਕੰਮ ਕਰਦਾ ਸੀ। ਕਮਾਲ ਦੀ ਗੱਲ ਹੈ ਕਿ ਪਹਿਲਾਂ ਕਾਊਂਟਰ ਇੰਟੈਲੀਜੈਂਸ ਦੇ ਵਿੱਚ ਇਹਦੀ ਡਿਊਟੀ ਹੁੰਦੀ ਸੀਗੀ। ਤਾਂ ਇਹ ਨਸ਼ੇ ਪੱਤੇ ਦਾ ਆਦੀ ਹੋ ਗਿਆ। ਉਸ ਤੋਂ ਬਾਅਦ ਫਿਰ ਡਿਊਟੀ ਤੋਂ ਬਾਅਦ ਇੱਕ ਡਿਊਟੀ ਇਹਦੀ ਹੋਰ ਲੱਗ ਜਾਂਦੀ ਸੀਗੀ। ਇਹ ਵਹਿੰਦਾ ਸੀਗਾ ਕਿ ਕੋਈ ਇਕੱਲਾ ਕਹਿਰਾ ਕਿਹੜਾ ਜਾਂਦਾ, ਉਹਨੂੰ ਲੁੱਟ ਦਾ ਸ਼ਿਕਾਰ ਬਣਾ ਕੇ ਉਹਦੇ ਨਾਲ ਮਾਲ ਪੱਤਾ ਆਪਦਾ ਲੈ ਲੈਂਦਾ ਸੀਗਾ। ਸਿਆਣਾ ਬਹੁਤ ਸੀਗਾ, ਜਿਹੜੀ ਤਨਖਾਹ ਸੀ ਉਹ ਆਪਦੀ ਅੱਡ ਸੇਵ ਕਰ ਲੈਂਦਾ ਸੀ। ਜਿਹੜਾ ਉਤਲਾ ਖਰਚਾ ਸੀਗਾ ਨਸ਼ੇ ਪੱਤੇ ਵਾਲਾ ਉਹ ਏਦਾਂ ਹੀ ਕੱਢ ਲੈਂਦਾ ਸੀ ਓਵਰ ਟਾਈਮ 'ਚ। ਹੁਣ ਇਹਨੂੰ ਫੜਿਆ, ਪਰ ਇਹ ਇੱਕ ਬੰਦਾ ਨਹੀਂ ਹੈ। ਸਾਡੇ ਇੱਥੇ ਮਲੋਟ ਵੀ ਇੱਕ ਵਾਰੀ ਨੌਜਵਾਨ ਮੁੰਡਾ ਪੰਜਾਬ ਪੁਲਿਸ ਦਾ ਇਸੇ ਤਰ੍ਹਾਂ ਸਨੈਚਿੰਗ ਕਰਦਾ ਫੜਿਆ ਗਿਆ ਸੀਗਾ। ਔਰ ਜਦੋਂ ਪੁੱਛਗਿੱਛ ਹੋਈ ਸੀ ਉਹਦਾ ਮਾਮਲਾ ਵੀ ਚਿੱਟੇ ਦਾ ਆਇਆ ਸੀਗਾ ਸਾਹਮਣੇ। ਉਹ ਵੀ ਮੁੰਡਾ ਚਿੱਟਾ ਪੀਂਦਾ ਸੀਗਾ, ਇਸੇ ਤਰ੍ਹਾਂ ਸਨੈਚਿੰਗ ਕੀਤੀ। ਹਾਲਾਂਕਿ ਬਾਅਦ ਦੇ ਵਿੱਚ ਕੋਰਟ ਤੋਂ ਬਰੀ ਹੋ ਗਿਆ। ਅੱਜ ਕੱਲ੍ਹ ਵਧੀਆ ਇਮਾਨਦਾਰੀ ਨਾਲ ਡਿਊਟੀ ਕਰਦਾ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਕਰਤੂਤਾਂ ਉਹ ਮਹਿਕਮੇ ਨੂੰ ਬਦਨਾਮ ਕਰਦੀਆਂ। ਅੱਜ ਜਲੰਧਰ ਦੇ ਵਿੱਚ ਮੈਨੂੰ ਯਾਦ ਹੈ ਇੱਕ ਵਾਰੀ ਇੱਕ ਮਾਲ ਦੇ ਅੱਗੇ ਟ੍ਰੈਫਿਕ ਕੋਈ ਖੜਾ ਸੀਗਾ ਜੋ ਟ੍ਰੈਫਿਕ ਨੂੰ ਉੱਥੇ ਕੰਟਰੋਲ ਕਰਦਾ ਪਿਆ ਸੀ, ਟ੍ਰੈਫਿਕ ਅਧਿਕਾਰੀ। ਤੇ ਉਹ ਇੱਕ ਬੀਬੀ ਆਈ ਆ ਸਕੂਟੀ ਤੇ, ਸਕੂਟੀ ਲਾ ਕੇ ਉਹ ਮਾਲ ਦੇ ਅੰਦਰ ਚਲੀ ਜਾਂਦੀ ਹੈ ਖਰੀਦੋ ਫਰੋਖਤ ਲਈ। ਤੇ ਉਹ ਸਕੂਟੀ ਦੇ ਵਿੱਚੋਂ ਪਰਸ ਚੁੱਕ ਕੇ ਤੇ ਆਪਣੇ ਕਿਤੇ ਸਾਈਡ ਤੇ ਲੁਕੋ ਆਉਂਦਾ। ਜਦੋਂ ਬੀਬੀ ਨੇ ਵੇਖਿਆ ਕਿ ਮੇਰਾ ਪਰਸ ਗਾਇਬ ਆ, ਉਹਨੇ ਰੌਲਾ ਪਾਇਆ, CCTV ਫੁਟੇਜ ਖੰਗਾਲੀ ਤੇ ਫਿਰ ਪਤਾ ਲੱਗਿਆ ਕਿ ਅਸਲ ਦੇ ਵਿੱਚ ਜਿਹੜਾ ਉੱਥੇ ਟ੍ਰੈਫਿਕ ਨੂੰ ਕੰਟਰੋਲ ਕਰਦਾ ਪਿਆ ਸੀ ਉਹ ਆਪਣਾ ਮਨ ਕੰਟਰੋਲ ਨਹੀਂ ਕਰ ਸਕਿਆ। ਤੇ ਜਦੋਂ ਉਹਨੂੰ ਲੱਗਿਆ ਕਿ ਬੀਬੀ ਜਿਹੜਾ ਆਪਣਾ ਪਰਸ ਹੈ ਪੈਸਿਆਂ ਵਾਲਾ ਉਹ ਸਕੂਟਰੀ ਦੀ ਡਿੱਗੀ 'ਚ ਰੱਖ ਕੇ ਗਈ ਤੇ ਲੌਕ ਖੋਲਿਆ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਪੁਲਿਸ ਵੱਲੋਂ ਅੰਜਾਮ ਦਿੱਤੀਆਂ ਜਾ ਰਹੀਆਂ ਇਹ ਸਾਰੇ ਮਹਿਕਮੇ ਦਾ ਹੀ ਮੂੰਹ ਕਾਲਾ ਕਰਦੀਆਂ। ਜ਼ਰੂਰਤ ਹੈ ਇਹਨਾਂ ਬੰਦਿਆਂ ਦੀ ਸ਼ਾਂਤੀ ਕੀਤੀ ਜਾਵੇ। ਜਿਹੜੇ ਵੀ ਇਸ ਤਰ੍ਹਾਂ ਦਾ ਨਸ਼ਾ ਪਤਾ ਛਕਦੇ ਆ ਉਹਨਾਂ ਦਾ ਇਲਾਜ ਲੂਜ ਕਰਵਾਇਆ ਜਾਵੇ। ਇਹ ਹਾਲੇ ਤੇ ਚੋਰੀਆਂ ਛੋਟੀਆਂ ਕਰਦੇ ਆ, ਕੱਲ ਨੂੰ ਮੁੜ ਕੇ ਬੈਂਕ ਲੁੱਟਣ ਨੂੰ ਪੈ ਜਾ ਕਰਨਗੇ, ਉਹਦਾ ਫਿਰ ਨੁਕਸਾਨ ਹੀ ਹੈ। ਇਹ ਤੋਂ ਜ਼ਿਆਦਾ ਮੇਰੇ ਖਿਆਲ ਦੇ ਨਾਲ ਜ਼ਰੂਰੀ ਇਹੋ ਹੀ ਬਣਦਾ ਕਿ ਛੇਤੀ ਤੋਂ ਛੇਤੀ ਇਹੋ ਜਿਹੇ ਬੰਦੇ ਆ ਜਿਹੜੇ ਉਹ ਸਿਆਣ ਕੇ ਉਹਨਾਂ ਨੂੰ ਠੀਕ ਕੀਤਾ ਜਾਵੇ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹੈ ਕੋਈ ਹਾਲ ਯਾਤਰੀ ਨੂੰ ਮੱਛਰ ਨੇ ਕੱਟਿਆ, ਸ਼ਿਕਾਇਤ ਕੀਤੀ ਤਾਂ 에ਅਰਲਾਈਨ ਵਾਲੇ ਕਹਿੰਦੇ ਵੀ ਚੱਲ ਅਸੀਂ ਤਾਂ ਮੱਛਰ ਨੂੰ ਲੈ ਕੇ ਜਾਣਾ, ਤੂੰ ਜਾ ਥੱਲੇ। ਇਹ ਇੰਡੀਗੋ ਵਾਲੇ ਸੀਗੇ ਜੀ। ਇਹਨਾਂ ਦੇ ਨਾਲ ਇੱਕ ਡਾਕਟਰ ਨੇ ਟਰੈਵਲ ਕਰਨਾ ਸੀਗਾ ਇਹਨਾਂ ਦੀ 에ਅਰਲਾਈਨਸ ਰਾਹੀਂ ਔਰ ਜਾਣਾ ਸੀ ਉਹਨੇ ਲਖਨਊ ਤੋਂ ਮੇਰੇ ਖਿਆਲ ਦੇ ਨਾਲ ਬੈਂਗਲੌਰ। ਡਾਕਟਰ ਬਹੁਤ ਵੱਡਾ ਸੀਗਾ। ਤੜਕੇ ਉਹ ਜਦੋਂ ਚੜਿਆ ਏਅਰਪੋਰਟ ਤੋਂ ਪਲੇਨ ਦੇ ਵਿੱਚ ਤੇ ਉਹਨੇ ਦੇਖਿਆ ਕਿ ਸਾਰੇ ਹੀ ਯਾਤਰੀ ਜਿਹੜੇ ਉਹ ਮੱਛਰਾਂ ਤੋਂ ਪਰੇਸ਼ਾਨ ਸੀ ਔਰ ਕਈਆਂ ਨੇ ਸ਼ਿਕਾਇਤ ਕੀਤੀ ਕਿ ਭਾਈ ਮੱਛਰ ਬਹੁਤ ਵੱਢਣ ਡਿਆ, ਕੋਈ ਕਰੋ ਹੀਲਾ ਵਸੀਲਾ। ਡਾਕਟਰ ਸੀਗਾ, ਡਾਕਟਰ ਤੋਂ ਰਿਹਾ ਨਹੀਂ ਗਿਆ। ਇਹਨੇ ਆਪਣਾ ਸਿਹਤ ਵਿਗਿਆਨ ਉਹਨਾਂ ਨੂੰ ਦੱਸਿਆ ਕਿ ਬੱਚੇ ਆ ਵਿੱਚ, ਬੱਚਿਆਂ ਨੂੰ ਮੱਛਰ ਕੱਟੇਗਾ, ਬਿਮਾਰ ਹੋ ਸਕਦੇ ਆ, ਤੁਸੀਂ ਕੋਈ ਸਪਰੇਅ ਵਗੈਰਾ ਕਰੋ। ਤੇ ਦੱਸਦੇ ਆ ਕਿ ਪਹਿਲਾਂ ਤੇ ਜਿਹੜੀ ਏਅਰ ਹੋਸਟਸ ਸੀ ਬੀਬੀ ਉਹਨੇ ਤੜਕੇ ਸ਼ਾਇਦ ਚਾਹ ਦੀਆਂ ਘੁੱਟਾਂ ਜ਼ਿਆਦੀਆਂ ਪੀਤੀਆਂ ਸੀ, ਉਹ ਤੱਤੀ ਪੈ ਗਈ ਇਹਨੂੰ। ਫਿਰ ਉਸ ਤੋਂ ਬਾਅਦ ਲੜਾਈ ਵੱਧਦੀ ਇੱਥੋਂ ਤੱਕ ਚਲੇ ਗਈ ਕਿ ਇਹਨੂੰ ਧੂ ਕੇ ਥੱਲੇ ਤਾਰ ਦਿੱਤਾ ਗਿਆ ਔਰ ਇੱਥੋਂ ਤੱਕ ਇਲਜ਼ਾਮ ਲਾ ਦਿੱਤੇ ਗਏ ਕਿ ਇਹ ਜਿਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕਰਦਾ ਉਤੋਂ ਲੱਗਦਾ ਕਿ ਨਿਜਾਜ਼ ਹਾਈਜੈਕ ਕਰ ਲੈਣਾ, ਜਿੱਦਾਂ ਇਹ ਕਰਦੇ ਹੁੰਦੇ ਆ। ਪਰ ਉਹ ਸਾਰੀਆਂ ਚੀਜ਼ਾਂ ਵੀਡੀਓ 'ਚ ਰਿਕਾਰਡ ਕੀਤੀਆਂ ਉਹਨੇ
ਪਰ ਕਮਾਲ ਦੀ ਗੱਲ ਹੈ ਕਿ ਉਹਦਾ ਮੋਬਾਈਲ ਖੋ ਕੇ ਮੁੜ ਕੇ ਉਹਦੀ ਜਿਹੜੀ ਉਹ ਰਿਕਾਰਡਿੰਗ ਸੀ ਉਹ ਵੀ ਡਿਲੀਟ ਕਰ ਦਿੱਤੀ ਗਈ। ਫਿਰ ਇਹਨਾਂ ਨੇ ਸ਼ਿਕਾਇਤ ਵੀ ਇੱਕ ਕਰ ਦਿੱਤੀ ਉਹਦੀ ਕਿ ਇਹ ਹੈ ਉਹ ਹੈ ਜੋ ਹੈ। ਪਰ ਹੋਇਆ ਕੀ ਕਿ 6 ਘੰਟਿਆਂ ਬਾਅਦ ਉਸੇ ਹੀ 에ਅਰਲਾਈਨਸ ਨੇ, ਇੰਡੀਗੋ ਨੇ, ਉਹਨੂੰ ਦੁਬਾਰਾ ਆਪਣੀ ਇੱਕ ਹੋਰ 에ਅਰਲਾਈਨਸ ਦੀ ਪਲੇਨ ਤੇ ਉਹਨੂੰ ਯਾਤਰਾ ਕਰਵਾਈ। ਹੁਣ ਸਵਾਲ ਸਭ ਤੋਂ ਵੱਡਾ ਉੱਠਦਾ ਹੈ ਕਿ ਜੇ ਉਹ ਇਸ ਤਰ੍ਹਾਂ ਦਾ ਬੰਦਾ ਸੀ, ਇਸ ਤਰ੍ਹਾਂ ਦੀ ਕੋਈ ਗਲਤ ਹਰਕਤ ਕਰਦਾ ਪਿਆ ਸੀਗਾ ਤੇ ਦੁਬਾਰਾ ਉਹਨੂੰ ਕਿਉਂ ਚੜਾਇਆ ਗਿਆ? ਦੂਜੀ ਗੱਲ ਹੈ ਕਿ ਉਹਦੇ ਖਿਲਾਫ ਫਿਰ ਕੋਈ FIR ਕਿਉਂ ਨਹੀਂ ਕਟਵਾਈ ਗਈ? ਹਕੀਕਤ ਇਹ ਆ ਕਿ ਉਸ ਬੰਦੇ ਨੇ ਸਿਰਫ ਟੋਕਾ ਟੋਕੀ ਕੀਤੀ ਤੇ ਉਹਦਾ ਹਾਲ ਇਹ ਕੀਤਾ ਗਿਆ ਕਿ ਉਹ ਇਹ ਨਹੀਂ ਵੇਖਿਆ ਗਿਆ ਕਿ ਕਿਸ ਕੰਮ ਜਾ ਰਿਹਾ, ਕਿਉਂਕਿ ਉਹ ਆਪਰੇਸ਼ਨ ਕਰਨ ਜਾ ਰਿਹਾ ਸੀਗਾ। ਉਹਦੇ ਮਰੀਜ਼ ਜਿਹੜੇ ਸੀਗੇ ਉਹ ਬੰਗਲੌਰ 'ਚ ਉਡੀਕਦੇ ਪਏ ਸੀਗੇ, ਉਹਨੂੰ ਕੋਈ ਅਪਾਇੰਟਮੈਂਟ ਸੀਗੀ ਉਹਦੀ। ਤਾਂ ਇਹ ਨਹੀਂ ਵੇਖਿਆ ਉਹ ਕੌਣ ਆ, ਕੀ ਗੱਲਬਾਤ, ਉਹਨੂੰ ਜਲੀਲ ਕਰਕੇ ਉਤਾਰ ਦਿੱਤਾ ਗਿਆ। ਉਹ ਇੱਕ ਹੋਰ ਵੀਡੀਓ ਇੱਕ ਤੁਰੀ ਫਿਰਦੀ ਆ ਸੋਸ਼ਲ ਮੀਡੀਆ ਤੇ, ਉਹ ਮੇਰੇ ਖਿਆਲ ਦੇ ਨਾਲ ਕੋਈ ਹੋਰ ਆ 에ਅਰਲਾਈਨਸ, ਹੋਰ ਕਿਸੇ ਕੰਪਨੀ ਦੀ ਆ। ਉਹਦੇ ਵਿੱਚ ਵੀ ਇਹੋ ਜਿਹੀ ਸੀਨ ਸਾਨੂੰ ਦਿਸਦੇ ਪਏ ਆ ਕਿ ਤੜਕੇ ਉਹ ਯਾਤਰੀ ਚੜੇ ਆ, ਮੱਛਰ ਇੰਨਾ ਕਿ ਜਿਵੇਂ ਆਪਾਂ ਘਰਾਂ ਦੇ ਵਿੱਚ ਗੱਤੇ ਲੈ ਕੇ ਤੇ ਐ ਮੱਛਰ ਭਜਾਉਣੇ ਆ, ਜਿਵੇਂ ਮੱਖੀਆਂ ਨੂੰ ਭਜਾਉਣੇ ਆ, ਉਹ ਇਸ ਤਰ੍ਹਾਂ ਪੱਖੇ ਚੱਲਦੇ ਪਏ ਆ, ਇਸ ਤਰ੍ਹਾਂ ਗੱਤਿਆਂ ਨਾਲ ਅਖਬਾਰਾਂ ਨਾਲ ਮੱਛਰ ਨੂੰ ਉਡਾਉਂਦੇ ਪਏ ਆ। ਸੋ ਇਹ ਹਾਲ ਹੈ ਸਾਡੇ ਇੱਥੇ। ਤੇ ਉਹ ਕਹਿੰਦਾ ਡਾਕਟਰ, ਜੇ ਮੈਂ ਇਹਨਾਂ ਨੂੰ ਆਖਿਆ ਕਿ ਮੱਛਰ ਬੜਾਓ, ਮੱਛਰ ਮਾਰੋ ਕਿਸੇ ਤਰੀਕੇ ਨਾਲ, ਉਹ ਕਹਿੰਦੇ ਮੱਛਰ ਤੇ ਫਿਰ ਪੂਰੇ ਭਾਰਤ 'ਚ ਆ, ਤੂੰ ਏਦਾਂ ਕਰ ਸਵਿਟਜ਼ਰਲੈਂਡ ਤੇ ਚਲੇ ਜਾ, ਭਾਰਤ ਛੱਡ ਹੀ ਜਾ। ਉਹ ਕਹਿੰਦਾ ਬੜੇ ਬਦਤਮੀਜ਼ ਲੋਕ ਆ, ਮੇਰੇ ਤੇ ਗੱਲ ਹੀ ਨਹੀਂ ਸੁਣਦੇ। ਪਰ ਉਸ ਡਾਕਟਰ ਨੇ ਹੁਣ ਕਿਹਾ ਕਿ ਇਹ ਨਾ ਸ਼ਿਕਾਇਤ ਕਰਾਈ ਹੈ ਜਾਂ ਨਹੀਂ ਕਰਾਈ ਮੈਨੂੰ ਪਤਾ ਨਹੀਂ, ਮੈਂ ਇਹਨਾਂ ਦੇ ਖਿਲਾਫ FIR ਜ਼ਰੂਰ ਕਰਵਾਉਣ ਜਾ ਰਿਹਾ। ਹਾਲਾਂਕਿ ਜਿਹੜਾ ਹਵਾ ਸਾਜੀ ਵਾਲਾ ਮੰਤਰੀ ਆ, ਉਹਨੇ ਟਵੀਟ ਕਰਕੇ ਕਿਹਾ ਕਿ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ, ਨਾ ਬਹੁਤ ਬਦਤਮੀਜ਼ੀ ਕੀਤੀ ਹੈ ਯਾਤਰੂ ਦੇ ਨਾਲ। ਪਰ ਕਾਰਵਾਈ ਜਦੋਂ ਕਰਨਗੇ ਵੇਖੀ ਜਾਊਗੀ। ਉਸ ਡਾਕਟਰ ਨੂੰ ਬਹੁਤ, ਮੈਂ ਕਹੂੰਗਾ ਕਿ ਮਾਨਸਿਕ ਤੌਰ ਤੇ ਵੀ ਬੜਾ ਦੁੱਖ ਕਸ਼ਟ ਝੱਲਣਾ ਪਿਆ। ਪਰ ਇੱਕ ਚੀਜ਼ ਇਹ ਹੈਗੀ ਆ ਕਿ ਉਹ ਜਿਵੇਂ ਹੈਗਾ ਸੀ ਨਾ ਨਾਨਾ ਪਾਟੇਕਰ, ਉਹਨੇ ਇੱਕ ਫਿਲਮ ਦੇ ਵਿੱਚ ਗਾਣਾ ਗਾਇਆ ਸੀਗਾ ਕਿ ਸਾਲਾ ਇੱਕ ਮੱਛਰ ਆਦਮੀ को ही जड़ा बना देता। पर कई बार ऐसा भी वापरता है कि एक मच्छर आदमी को प्लेन से फेंकवा देता है। ये डॉक्टर दे नाल होई है कि उस एक मच्छर ने डॉक्टर ਨੂੰ ਨਾ ਸਿਰਫ ਜ਼ਲੀਲ ਕਰਵਾਇਆ ਬਲਕਿ ਉਹਨੂੰ ਬਹੁਤ ਜ਼ਿਆਦਾ ਰੱਜ ਕੇ ਖੱਜਲ ਖੁਆਰ ਕੀਤਾ ਇੰਗਲੈਂਡ ਵੱਲੋਂ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।